ਖਾਲਸਾ ਜੀ ਦੇ ਅਮੋਲਕ ਬਚਨ। ਪਹਿਲਾ ਬਚਨ। ਤਰਸ ਤੇ ਇਨਸਾਫ ਦੀ ਸ਼ਕਤੀ ਤਲਵਾਰ ਨਾਲੋਂ ਉੱਤਮ ਹੈ। ਤਲਵਾਰ ਨਾਲ ਜ਼ੁਲਮ ਕਰਨ ਕਰਕੇ ਰਾਜ ਨਸ਼ਟ ਹੋ ਜਾਂਦੇ ਹਨ। ਤਰਸ ਨਿਆਂ ਕਰਨ ਨਾਲ ਰਾਜ ਤੇਜ ਤੇ ਜਸ ਵੱਧਦਾ ਹੈ। ਦੂਸਰਾ ਬਚਨ। ਸੋਚ ਕੇ ਪੈਰ ਪੁੱਟਣਾ ਸਿਆਣਪ ਦੀ ਨਿਸ਼ਾਨੀ ਹੈ। ਤੀਸਰਾ। ਵਿਚਾਰ ਕੇ ਮੂੰਹੋਂ ਗੱਲ ਕੱਢਣੀ ਚੰਗੀ ਹੁੰਦੀ ਹੈ। ਚੌਥਾ ਬਚਨ। ਇਨਸਾਨ ਦੀ ਹਾਲਤ ਸਦਾ ਇੱਕੋ ਜਿਹੀ ਨਹੀਂ ਰਹਿੰਦੀ। ਭਾਵ ਦੁੱਖ ਵਿੱਚ ਘਬਰਾਉਣਾ ਨਹੀਂ ਚਾਹੀਦਾ। ਪੰਜਵਾਂ ਬਚਨ। ਵੈਰੀ ਨੂੰ ਮਿੱਤਰ ਬਣਾ ਕੇ ਜਿੱਤੀਦਾ ਹੈ। ਭਾਵ ਜਿਹੜੇ ਵੈਰੀ ਨਾਲ ਵੈਰ ਕਮਾਉਂਦੇ ਹਨ ਉਹ ਵੈਰ ਵਿੱਚ ਹੀ ਫਸੇ ਮਰ ਜਾਂਦੇ ਹਨ। ਨਾਲੇ ਵੈਰ ਕਰਨ ਕਰਕੇ 84 ਭੋਗਣੀ ਪੈਂਦੀ ਹੈ। ਛੇਵਾਂ ਬਚਨ। ਜੇ ਧਨ ਗਿਆ ਤਾਂ ਸਮਝੋ ਕੁਝ ਨਹੀਂ ਗਿਆ। ਜੇ ਸਿਹਤ ਗਈ ਤਾਂ ਸਮਝੋ ਕੁਝ ਗਿਆ। ਜੇ ਚਾਲ ਚੱਲਣ ਗਿਆ ਤਾਂ ਸਮਝੋ ਸਭ ਕੁਝ ਗਿਆ। ਨੰਬਰ 7। ਨੌਕਰ ਨਾਲ ਇਨਸਾਨਾਂ ਵਾਲਾ ਸਲੂਕ ਰੱਖੋ। 8ਵਾਂ ਬਚਨ। ਜੇ ਵਾਹਿਗੁਰੂ ਤੁਹਾਨੂੰ ਅਦਾਲਤ ਬਖਸ਼ੇ ਤਾਂ ਸਹੀ ਇਨਸਾਫ ਕਰੋ। ਬਚਨ 9ਵਾਂ। ਦੁੱਖਾਂ ਤੋਂ ਛੁੱਟਣ ਲਈ ਸ਼ਰਾਬ, ਤਮਾਕੂ, ਚਾਹ ਆਦਿ ਨਸ਼ੇ ਅਤੇ ਫੈਸ਼ਨ ਪ੍ਰਸਤੀ, ਹਾਰ ਸ਼ਿੰਗਾਰ ਦਾ ਤਿਆਗ ਕਰੋ। 10ਵਾਂ ਬਚਨ। ਸੁਖ ਇਸ ਵਿੱਚ ਹੈ ਕਿ ਤੁਹਾਡੇ ਘਰ ਦੇ ਸਾਰੇ ਜੀਅ ਗੁਰਬਾਣੀ ਦੇ ਨਿਤਨੇਮੀ, ਪ੍ਰੇਮੀ ਤੇ ਨੇਕ ਹੋਣ। ਬਚਨ 11ਵਾਂ। ਜ਼ਿੰਦਗੀ ਦਾ ਉਹੀ ਹਿੱਸਾ ਚੰਗਾ ਹੁੰਦਾ ਹੈ ਜਿਸ ਵਿੱਚ ਨਾਮ, ਧਨ, ਗੁਰੂ ਸੇਵਾ ਅਤੇ ਨੇਕੀ ਪ੍ਰਾਪਤ ਹੋਵੇ। 12ਵਾਂ ਬਚਨ। ਜਵਾਨੀ ਜਾ ਕੇ ਨਹੀਂ ਆਉਂਦੀ, ਬੁਢੇਪਾ ਆ ਕੇ ਨਹੀਂ ਜਾਂਦਾ। ਇਸ ਕਰਕੇ ਜਵਾਨੀ ਵਿੱਚ ਹੀ ਵਾਹਿਗੁਰੂ ਜੀ ਦੀ ਪ੍ਰਾਪਤੀ ਕਰੋ। 13ਵਾਂ ਬਚਨ। ਦੂਜਿਆਂ ਦੇ ਦੁੱਖ ਨੂੰ ਨਾ ਦੇਖਣ ਵਾਲਾ ਪੱਥਰ ਤੋਂ ਵੀ ਭੈੜਾ ਹੈ। ਤਰਸ ਕਰਕੇ ਪੱਥਰ ਦਿਲੀ ਛੱਡੋ। 14ਵਾਂ ਬਚਨ। ਹਰ ਵਕਤ ਵਾਹਿਗੁਰੂ ਜੀਓ ਦਾ ਜਾਪ ਕਰੋ ਅਤੇ ਯਾਦ ਰੱਖੋ। 15ਵਾਂ। ਮਿੱਤਰ ਉਹ ਜੋ ਵੇਲੇ ਸਿਰ ਕੰਮ ਆਵੇ। 16ਵਾਂ। ਵਾਹਿਗੁਰੂ ਜੀਓ ਦੀ ਪ੍ਰਾਪਤੀ ਜ਼ਿੰਦਗੀ ਦਾ ਸਹੀ ਨਿਸ਼ਾਨਾ ਹੈ। 17ਵਾਂ ਬਚਨ। ਭਲਾਈ ਕਰੋ, ਜਗ ਵਿੱਚ ਤੁਹਾਡਾ ਭਲਾ ਹੋਵੇਗਾ। 18ਵਾਂ। ਹਰ ਇੱਕ ਗੱਲ ਵਿੱਚ ਸ਼ੰਕਾ ਕਰਨਾ ਚੰਗਾ ਨਹੀਂ ਹੁੰਦਾ। ਸਿੱਖੀ ਦੀ ਨੀਂਹ ਸ਼ਰਧਾ ਭਾਵਨਾ ਹੈ। 19ਵਾਂ ਬਚਨ। ਪੁਰਸ਼ ਸੂਰਤ ਤੋਂ ਨਹੀਂ ਕੰਮ ਤੋਂ ਪਛਾਣਿਆ ਜਾਂਦਾ ਹੈ। ਬਚਨ 20ਵਾਂ। ਵਾਹਿਗੁਰੂ ਸਰਬ ਵਿਆਪਕ ਹੈ, ਲੋਕ ਕੇ ਐਬ ਨਾ ਕਰੋ। 21ਵਾਂ ਬਚਨ। ਭਗਤ ਪੁਰਸ਼ ਸੰਸਾਰ ਦੇ ਸੁਹਾਵਣੇ ਫੁੱਲ ਹਨ ਜਿਨ੍ਹਾਂ ਵਿੱਚ ਭਗਤੀ ਰੂਪੀ ਖੁਸ਼ਬੂ ਹੁੰਦੀ ਹੈ। 22ਵਾਂ ਬਚਨ। ਤੁਹਾਡਾ ਸੁਭਾਅ ਚੰਗਾ ਹੈ ਤਾਂ ਮਿੱਤਰ ਢੂੰਡਣ ਦੀ ਖੇਚਲ ਨਾ ਕਰੋ। 23ਵਾਂ। ਦੁੱਖ ਸੁੱਖ ਵਿੱਚ ਲਾਪਰਵਾਹੀ ਨਾ ਕਰੋ, ਭਾਵ ਕਰਤਾਰ ਨੂੰ ਨਾ ਭੁੱਲੋ। 24ਵਾਂ ਬਚਨ। ਜਿੱਥੋਂ ਤੱਕ ਹੋ ਸਕੇ ਆਪਣੇ ਆਪ ਤੇ ਕਾਬੂ ਰੱਖੋ। 25ਵਾਂ ਬਚਨ। ਝੂਠ ਧਰਮ ਦਾ ਵੈਰੀ ਹੈ। 26ਵਾਂ। ਮਹਾਂਪੁਰਖਾਂ ਦੇ ਇਹ ਸ਼ੁਭ ਲੱਖਣ ਹਨ ਜੋ ਮਨ ਦੇ ਮੰਦੇ ਸੁਭਾਅ ਨੂੰ ਮਾਰ ਕੇ ਵਾਹਿਗੁਰੂ ਜੀ ਦਾ ਅਜੀਜ਼ ਪਿਆਰ ਬਣਾ ਕੇ ਰੱਖਦੇ ਹਨ। 27ਵਾਂ। ਗੁੱਸੇ ਨੂੰ ਅਕਲ ਦਾ ਵੈਰੀ ਆਖਦੇ ਹਨ। 28ਵਾਂ। ਆਪਣੇ ਨਸੀਬ ਤੋਂ ਵੱਧ ਕੇ ਇੱਛਾ ਕਰਨੀ ਬੁਰੀ ਹੈ। 29ਵਾਂ। ਮਾਲਿਕ ਦੀ ਰਜ਼ਾ ਵਿੱਚ ਰਹਿਣਾ ਸਿਆਣਪ ਹੈ, ਯਥਾ ਹੁਕਮ ਰਜਾਈ ਚੱਲਣਾ।
ਨਾਨਕ ਲਿਖਿਆ ਨਾਲ। 30ਵਾਂ ਬਚਨ। ਮਿੱਤਰ ਨਾਲ ਨਿਮਰਤਾ ਤੇ ਵੈਰੀ ਨਾਲ ਭਲਾਈ ਚੰਗੀ ਹੁੰਦੀ ਹੈ। 31ਵਾਂ। ਕ੍ਰੋਧ ਮਨ ਦੀ ਅੱਗ ਹੈ ਯਥਾ, ਕਾਮ ਕ੍ਰੋਧ ਜਲੈ ਸਭ ਕੋਈ। 32ਵਾਂ ਬਚਨ। ਮੌਤ ਅਤੇ ਰੱਬ ਦੇ ਉਪਕਾਰਾਂ ਨੂੰ ਸਦਾ ਚੇਤੇ ਰੱਖੋ। 33ਵਾਂ। ਆਪਣੀ ਅੱਖ ਤੇ ਜ਼ਬਾਨ ਨੂੰ ਕਾਬੂ ਵਿੱਚ ਰੱਖੋ। 34ਵਾਂ ਬਚਨ। ਅੱਜ ਦਾ ਕੰਮ ਕਦੀ ਵੀ ਕੱਲ ਤੇ ਨਾ ਛੱਡੋ। 35ਵਾਂ। ਕਿਸੇ ਚੀਜ਼ ਦਾ ਲਾਲਚ ਨਾ ਕਰੋ ਯਥਾ, ਲਾਲਚ ਛੋਡੋ ਅੰਧੇ ਹੋ, ਲਾਲਚ ਦੁਖ ਭਾਰੀ। 36ਵਾਂ ਬਚਨ। ਬਜ਼ੁਰਗਾਂ ਨਾਲ ਠੱਠਾ ਮਖੌਲ ਨਾ ਕਰੋ, ਸਗੋਂ ਸੇਵਾ ਕਰਕੇ ਅਸੀਸ ਪ੍ਰਸੰਨਤਾ ਪ੍ਰਾਪਤ ਕਰੋ। 37ਵਾਂ ਬਚਨ। ਘੋੜੇ ਦੀ ਪਿਛਾੜੀ ਅਤੇ ਹਾਕਮ ਦੀ ਅਗਾੜੀ ਦੇਖ ਕੇ ਲੰਘੋ। 38ਵਾਂ। ਰੱਬ ਨੂੰ ਪਛਾਣੋ ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ। 39ਵਾਂ। ਹਰ ਗੱਲ ਦੀ ਤਹਿ ਤੱਕ ਪਹੁੰਚਣ ਦੀ ਗੱਲ ਚੰਗੀ ਹੁੰਦੀ ਹੈ। 40ਵਾਂ। ਜਿੰਨੀ ਕੋ ਲਿਆਕਤ ਦਾ ਆਦਮੀ ਹੋਵੇ ਉਸ ਦੀ ਉਤਨੀ ਕੋ ਇੱਜ਼ਤ ਕਰੋ। 41ਵਾਂ। ਕਮਲੇ ਆਦਮੀ ਨਾਲ ਸ਼ੋਭਤ ਨਾ ਕਰੋ। 42ਵਾਂ। ਸਿਆਣੇ ਦੀ ਸੰਗਤ ਚੰਗੀ ਹੁੰਦੀ ਹੈ ਯਥਾ, ਸਤੀ ਪਹਿਰੀ ਸਤ ਭਲਾ, ਬਹੀਐ ਪੜਿਆ ਪਾਸ। 43ਵਾਂ ਬਚਨ। ਆਪਣੀ ਗਲਤੀ ਨੂੰ ਨਾ ਭੁੱਲੋ, ਨੇਕੀ ਕਰਕੇ ਭੁੱਲ ਜਾਵੋ। 44ਵਾਂ। ਜਵਾਨੀ ਵਿੱਚ ਨੇਕੀ ਕਰਨੀ ਬਹੁਤ ਵੱਡੀ ਬਹਾਦਰੀ ਹੈ। 45ਵਾਂ। ਜੇਕਰ ਕਿਸੇ ਦਾ ਭਲਾ ਹੁੰਦਾ ਹੋਵੇ ਤਾਂ ਭਾਨੀ ਨਾ ਮਾਰੋ। 46ਵਾਂ ਬਚਨ। ਵੈਰੀ ਦੀ ਵੀ ਬੁਰਿਆਈ ਨਾ ਕਰੋ। 47ਵਾਂ। ਕਿਸੇ ਨਾਲ ਨੇਕੀ ਕਰਨਾ ਉਸ ਨੂੰ ਵਸ ਕਰਨਾ ਹੈ। 48ਵਾਂ। ਕਿਸੇ ਦੀ ਭਲਾਈ ਕਰਕੇ ਉਸ ਨੂੰ ਜਨਾਉਣਾ ਮੂਰਖਤਾਈ ਹੈ। 49ਵਾਂ। ਦੋ ਆਦਮੀਆਂ ਦੀ ਗੱਲ ਵਿੱਚ ਬੋਲਣਾ ਮੂਰਖਤਾ ਹੈ। ਨੰਬਰ 50। ਬਿਨਾਂ ਬੁਲਾਏ ਬੋਲਣਾ ਮੂਰਖ ਦੀ ਨਿਸ਼ਾਨੀ ਹੈ। 51ਵਾਂ ਬਚਨ। ਜਿਸ ਨੇ ਤੁਹਾਡੇ ਨਾਲ ਨੇਕੀ ਕੀਤੀ ਹੈ ਉਸ ਨੂੰ ਭੁੱਲਣਾ ਨਹੀਂ ਚਾਹੀਦਾ। 52ਵਾਂ ਬਚਨ। ਆਪਣੇ ਮਾਲ ਨੂੰ ਘਰਦਿਆਂ ਤੋਂ ਲੁਕਾ ਕੇ ਨਾ ਰੱਖੋ, ਭਾਵ ਵੱਖਰੀ ਵੱਖਰੀ ਗੋਹਜ ਰੱਖਣ ਨਾਲ ਘਰ ਫਟ ਜਾਂਦਾ ਹੈ। 53ਵਾਂ ਬਚਨ। ਹੰਕਾਰ ਕਰਨ ਵਾਲੇ ਨੂੰ ਕੋਈ ਚੰਗਾ ਨਹੀਂ ਸਮਝਦਾ। 54ਵਾਂ ਬਚਨ। ਬਹੁਤਿਆਂ ਦੇ ਉਲਟ ਗੱਲ ਨਹੀਂ ਕਰਨੀ ਚਾਹੀਦੀ। 55ਵਾਂ। ਭਲੀ ਆਦਤ ਚੰਗੀ ਹੁੰਦੀ ਹੈ। 56ਵਾਂ ਬਚਨ। ਦਲਿੱਦਰ ਬਿਮਾਰੀਆਂ ਦੀ ਜੜ ਹੈ, ਇਸ ਨੂੰ ਗੁਰੂ ਸੇਵਾ ਸਿਮਰਨ ਭਗਤੀ ਕਰਕੇ ਤਿਆਗੋ। 57ਵਾਂ ਬਚਨ। ਸਤ ਸੰਗਤ ਵਿੱਚ ਤਾਹਨੇ ਮਾਰਨੇ, ਊਲ ਜਲੂਲ ਬੋਲਣਾ ਬੁਰਾ ਹੈ। 58ਵਾਂ। ਕਿਸੇ ਵੀ ਆਦਮੀ ਨੂੰ ਗੈਰ ਸਾਹਮਣੇ ਸ਼ਰਮਿੰਦਾ ਨਾ ਕਰੋ, ਵੱਖਰਾ ਕਰਕੇ ਸਮਝਾਓ। 59ਵਾਂ ਬਚਨ। ਔਰਤਾਂ ਨਾਲ ਇੱਜ਼ਤ ਨਾਲ ਵਰਤੋ। 60 ਨੰਬਰ। ਜਿੱਥੋਂ ਤੱਕ ਹੋ ਸਕੇ ਲੜਾਈ ਝਗੜੇ ਵਿੱਚ ਹਿੱਸਾ ਨਾ ਲਓ। ਬਚਨ 61ਵਾਂ। ਧਰਮ ਕਰਨ ਲੱਗਿਆਂ ਦੇਰੀ ਨਾ ਕਰੋ, ਪਾਪ ਕਰਨ ਲੱਗਿਆਂ ਕਾਹਲੀ ਨਾ ਕਰੋ, ਪਾਪ ਤਿਆਗੋ। ਬਚਨ 62ਵਾਂ। ਜਿਹੜਾ ਤੁਹਾਡੀ ਇੱਜ਼ਤ ਕਰੇ ਉਸ ਦੀ ਵੱਧ ਤੋਂ ਵੱਧ ਇੱਜ਼ਤ ਕਰੋ। 63ਵਾਂ ਬਚਨ। ਗੁੱਸੇ ਵੇਲੇ ਜੋ ਗੱਲ ਕਰਨੀ ਹੋਵੇ ਸੋਚ ਕੇ ਕਰੋ, ਗੁੱਸੇ ਵਿੱਚ ਚੁੱਪ ਰਹਿਣ ਦਾ ਸੁਭਾਅ ਬਣਾਓ। 64ਵਾਂ ਬਚਨ। ਮਹਿਮਾਨ ਦੇ ਸਾਹਮਣੇ ਕਿਸੇ ਨੂੰ ਨਾ ਝਿੜਕੋ। 65ਵਾਂ ਬਚਨ। ਲੋਕਾਂ ਦੀਆਂ ਨਜ਼ਰਾਂ ਵਿੱਚ ਡਿੱਗ ਪੈਣ ਵਾਲੀਆਂ ਆਦਤਾਂ ਨਾ ਪਾਓ। ਬਚਨ 66ਵਾਂ। ਕਿਸੇ ਦਾ ਫਜ਼ੂਲ ਝਗੜਾ ਆਪਣੇ ਜ਼ਿੰਮੇ ਨਾ ਲਓ। ਬਚਨ 67ਵਾਂ। ਸਾਰੀ ਗੱਲ ਸੁਣਨ ਅਤੇ ਸੋਚਣ ਤੋਂ ਪਹਿਲਾਂ ਉੱਤਰ ਦੇਣ ਵਾਲਾ
ਵੱਡਾ ਬੇਵਕੂਫ ਹੈ। ਬਚਨ 68ਵਾਂ। ਛੇਤੀ ਖੁਸ਼ ਹੋ ਜਾਣ ਨਾਲ ਦਿਮਾਗ ਦੀ ਨਾੜੀ ਫਟ ਸਕਦੀ ਹੈ। 69ਵਾਂ ਬਚਨ। ਧਨ ਸਿਆਣੇ ਦਾ ਨੌਕਰ ਅਤੇ ਕਮਲੇ ਦਾ ਮਾਲਕ ਹੁੰਦਾ ਹੈ। 70ਵਾਂ ਬਚਨ। ਵਾਹਿਗੁਰੂ ਔਖੇ ਵੇਲੇ ਯਾਦ ਆਉਂਦਾ ਹੈ। ਬਚਨ 71ਵਾਂ। ਫਕੀਰੀ ਕੀ ਦਰ ਬਦਰ ਮੰਗਣਾ ਕੀ, ਭਾਵ ਦਰ ਦਰ ਮੰਗਣ ਵਾਲਾ ਫਕੀਰ ਨਹੀਂ ਹੁੰਦਾ। 72ਵਾਂ ਬਚਨ। ਬੁਰੇ ਨਾਲ ਨਫ਼ਰਤ ਨਾ ਕਰੋ, ਉਸ ਦੀ ਬੁਰਾਈ ਨਾਲ ਨਫ਼ਰਤ ਕਰੋ। 73ਵਾਂ ਬਚਨ। ਕੋਈ ਵੀ ਗੁਨਾਹ ਛੋਟਾ ਨਹੀਂ। 74ਵਾਂ। ਗੈਰ ਔਰਤ ਨਾਲ ਸ਼ੋਭਤ ਕਰਨਾ ਵੱਡਾ ਗੁਨਾਹ ਹੈ। 75ਵਾਂ। ਬਦ ਚੱਲਣ ਔਰਤ ਤੇ ਜ਼ਾਲਮ ਬਾਦਸ਼ਾਹ ਦਾ ਸਾਥ ਨਾ ਦਿਓ, ਇਹ ਨਾਸ਼ ਦਾ ਕਾਰਨ ਹਨ। 76ਵਾਂ। ਲੜਾਈ ਅਕਲ ਨੂੰ ਮਾਰ ਦਿੰਦੀ ਹੈ। 77ਵਾਂ। ਬਿਮਾਰੀ, ਬੇਕਾਰੀ, ਬੁਢਾਪੇ, ਦਾਨ ਅਤੇ ਗੁਰੂ ਸੇਵਾ ਵਾਸਤੇ ਕੁਝ ਬਚਾਉਣਾ ਚਾਹੀਦਾ ਹੈ। 78ਵਾਂ। ਝਗੜੇ ਵੇਲੇ ਚੁੱਪ ਹੋ ਜਾਣ ਨਾਲ ਝਗੜਾ ਮਿਟ ਜਾਂਦਾ ਹੈ। 79ਵਾਂ। ਲੁਕਾਉਣ ਵਾਲੀ ਗੱਲ ਆਪਣੇ ਮਿੱਤਰ ਨੂੰ ਵੀ ਨਾ ਦੱਸੋ, ਕਿਉਂਕਿ ਅੱਗੇ ਉਸ ਦੇ ਵੀ ਮਿੱਤਰ ਹੁੰਦੇ ਹਨ। 80ਵਾਂ। ਦਾਨ ਦੇ ਕੇ ਵਾਪਸ ਕਰ ਲੈਣਾ ਕੁੱਤੇ ਦਾ ਕੰਮ ਹੈ। 81ਵਾਂ। ਈਰਖਾ ਨੇਕੀ ਨੂੰ ਖਾ ਜਾਂਦੀ ਹੈ। 82ਵਾਂ। ਦੁਨੀਆ ਮਤਲਬ ਦੀ ਕੋਈ ਨਾ ਕਿਸੇ ਦਾ ਬੇਲੀ। 83ਵਾਂ। ਦੁਨੀਆ ਇੱਕ ਚੱਲਦੀ ਸਰਾਂ ਹੈ, ਹਰ ਕੋਈ ਸਫ਼ਰ ਭੋਗ ਕੇ ਚਲਿਆ ਜਾਂਦਾ ਹੈ। 84ਵਾਂ। ਛੋਟੀ ਉਮਰ ਵਿੱਚ ਬੱਚੇ ਬੱਚੀ ਦੀ ਸ਼ਾਦੀ ਕਰਨੀ ਚੰਗੀ ਨਹੀਂ। 85ਵਾਂ। ਗਰੀਬੀ ਵੇਲੇ ਸੁੰਦਰ ਔਰਤ ਮਿਲਣੀ ਦੁੱਖ ਦੀ ਨਿਸ਼ਾਨੀ ਹੈ। 86ਵਾਂ। ਨਿੰਦਕ, ਚੋਰ, ਕੰਜਰੀ ਅਤੇ ਝੂਠ ਬੋਲਣ ਵਾਲੇ ਦੀ ਇੱਜ਼ਤ ਕਰਨ ਵਾਲੇ ਕਦੇ ਵੀ ਮਾਣ ਨਹੀਂ ਪਾਉਂਦੇ। 87ਵਾਂ। ਇੱਕ ਝੂਠ ਨੂੰ ਸੱਚ ਸਾਬਤ ਕਰਨ ਲਈ 100 ਝੂਠ ਬੋਲਣੇ ਪੈਂਦੇ ਹਨ, ਫੇਰ ਵੀ ਝੂਠ ਝੂਠ ਹੀ ਰਹਿੰਦਾ ਹੈ। 88ਵਾਂ। ਦਵਾ ਬਿਨਾਂ ਰੋਗ ਦੇ, ਰੋਟੀ ਬਿਨਾਂ ਭੁੱਖ ਦੇ ਨਹੀਂ ਖਾਣੀ ਚਾਹੀਦੀ। 89ਵਾਂ। ਝੂਠਿਆਂ ਤੇ ਇਤਬਾਰ ਨਾ ਕਰੋ। 90ਵਾਂ ਬਚਨ। ਇੱਜ਼ਤ ਦੀ ਮੌਤ ਬੇਇੱਜ਼ਤੀ ਦੇ ਜੀਵਨ ਨਾਲੋਂ ਕਿਤੇ ਚੰਗੀ ਹੈ। 91। ਮਿਹਨਤ ਦੌਲਤ ਦਾ ਸੱਜਾ ਹੱਥ ਹੈ, ਉਦਮ ਅੱਗੇ ਲੱਛਮੀ, ਪੱਖੇ ਅੱਗੇ ਪਾਉਣ। 92। ਐਸੇ ਇਕਰਾਰ ਨਾ ਕਰੋ ਜਿਹੜੇ ਤੁਸੀਂ ਪੂਰੇ ਨਹੀਂ ਕਰ ਸਕਦੇ। ਬਚਨ ਨੰਬਰ 93। ਬੇਹੌਂਸਲੇ ਦਾ ਕੋਈ ਸਾਥ ਨਹੀਂ ਦਿੰਦਾ, ਭਾਵ ਹੌਸਲਾ ਨਾ ਤਿਆਗੋ। ਹਾਰੀਏ ਨਾ ਹਿੰਮਤ, ਵਿਸਾਰੀਏ ਨਾ ਹਰ ਨਾਮ, ਜੈਸੀ ਬਿਦ ਰੱਖੈ ਰਾਮ ਤੈਸੀ ਬਿਦ ਰਹੀਏ। ਬਚਨ ਨੰਬਰ 94। ਉਸ ਖੁਸ਼ੀ ਤੇ ਛੇਤੀ ਲੱਤ ਮਾਰੋ ਜਿਸ ਦਾ ਸਿੱਟਾ ਕੱਲ ਨੂੰ ਬੁਰਾ ਨਿਕਲੇਗਾ। 95। ਅੱਧੀ ਛੱਡ ਸਾਰੀ ਨੂੰ ਜਾਏ ਨਾ, ਅੱਧੀ ਮਿਲੇ ਨਾ ਸਾਰੀ ਖਾਏ, ਭਾਵ ਸੰਤੋਖ ਰੱਖੋ। 96 ਨੰਬਰ ਬਚਨ। ਝੂਠ ਇੱਕ ਨਾ ਇੱਕ ਦਿਨ ਪ੍ਰਗਟ ਹੋ ਜਾਂਦਾ ਹੈ। ਨੰਬਰ 97। ਭੁੱਖ ਤੋਂ ਵੱਧ ਨਹੀਂ ਖਾਣਾ ਚਾਹੀਦਾ ਜੀ। 98। ਮੌਤ ਕਿਹੜੀ, ਆਪਣੇ ਆਪ ਬੇਇੱਜ਼ਤੀ। 99 ਨੰਬਰ ਤੇ ਬਚਨ ਹੈ। ਗੁਰੂ ਕਿਹੜਾ, ਜਿਹੜਾ ਸੱਤ ਦਾ ਉਪਦੇਸ਼ ਦੇਵੇ, ਭਾਵ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਬਚਨ ਨੰਬਰ 100। ਵੱਡਾ ਅੰਨਾ ਕਿਹੜਾ, ਜਿਹੜਾ ਮਾਇਕੀ ਧੰਦਿਆਂ ਵਿੱਚ ਫਸਿਆ ਹੈ। ਬਚਨ 101। ਵੱਡਾ ਦੁੱਖ ਕਿਹੜਾ, ਵਾਹਿਗੁਰੂ ਜੀਓ ਦਾ ਵਿਛੋੜਾ, ਜੋ ਪ੍ਰੇਮਾ ਭਗਤੀ ਕਰਕੇ ਮਿਟਦਾ ਹੈ। ਬਚਨ 102। ਦੁਨੀਆ ਵਿੱਚ ਪਸ਼ੂ ਕਿਹੜਾ ਹੈ, ਜੋ ਗਿਆਨਹੀਨ ਹੋਵੇ। 103। ਜਗਤ ਕਿਸ ਨੇ ਜਿੱਤਿਆ ਹੈ, ਜਿਸ ਨੇ ਮਨ ਨੂੰ ਜਿੱਤ ਲਿਆ। 104।
ਸੰਸਾਰ ਵਿੱਚ ਕਿਹੜਾ ਧਨੀ ਹੈ, ਜਿਸ ਪਾਸ ਨਾਮ ਧਨ ਹੈ। 105। ਆਪਣੀ ਵਡਿਆਈ ਆਪ ਕਰਨੀ ਹੋਛਿਆਂ ਦਾ ਕੰਮ ਹੈ। 106। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੇ ਨਤੀਜੇ ਤੇ ਨਜ਼ਰ ਮਾਰੋ। ਨੰਬਰ 107। ਸਭ ਤੋਂ ਵੱਡੀ ਇੱਜ਼ਤ ਗੁਰੂ ਸੇਵਾ, ਕੁਰਬਾਨੀ ਅਤੇ ਪ੍ਰੇਮਾ ਭਗਤੀ ਕਰਕੇ ਮਿਲਦੀ ਹੈ। ਬਚਨ ਨੰਬਰ 108। ਗੁਰੂ ਭਗਤੀ ਕਰਕੇ ਆਪਣਾ ਜੀਵਨ ਖੁਸ਼ੀ ਨਾਲ ਬਤੀਤ ਕਰੋ। ਬਚਨ 109। ਜਿੰਨੀ ਚਾਦਰ ਹੋਵੇ ਓਨੇ ਪੈਰ ਪਸਾਰੋ। ਬਚਨ 110। ਗੁਰੂ ਧਰਮ ਤੇ ਦ੍ਰਿੜ ਰਹੋ, ਗੁਰੂ ਤੁਹਾਡੀ ਰੱਖਿਆ ਕਰੇਗਾ। ਬਚਨ ਨੰਬਰ 111। ਕੰਮ ਵਿੱਚ ਗੁਰ ਸ਼ਬਦ ਪੜ੍ਹ, ਹਿੰਮਤ ਨਾ ਹਾਰ, ਫਿਰ ਹੋਵੇ ਬੇੜਾ ਪਾਰ। 112ਵਾਂ ਬਚਨ। ਚੀਜ਼ ਦੀ ਕਦਰ ਚਲੇ ਜਾਣ ਨਾਲ ਹੁੰਦੀ ਹੈ। 113ਵਾਂ। ਸੱਚਾ ਪੁਰਸ਼ ਉਹ ਹੁੰਦਾ ਹੈ ਜਿਹੜਾ ਇਕਰਾਰ ਤੇ ਕਾਇਮ ਰਹੇ। 114ਵਾਂ ਬਚਨ। ਵਾਹਿਗੁਰੂ ਦੀ ਸ਼ਰਨ ਵਿੱਚ ਸੁਖ ਹੀ ਸੁਖ ਹੈ। 115ਵਾਂ। ਸੱਚੀ ਗੱਲ ਹਰ ਇੱਕ ਨੂੰ ਕੌੜੀ ਲੱਗਦੀ ਹੈ। 116ਵਾਂ ਬਚਨ। ਹੰਕਾਰੀ ਧਨ ਪਾ ਕੇ ਆਪੇ ਤੋਂ ਬਾਹਰ ਹੋ ਜਾਂਦੇ ਹਨ। 117ਵਾਂ। ਅੰਨੇ ਲੂਲੇ ਨੂੰ ਦਾਨ ਦੇਣਾ ਭਲਾ ਹੈ। 118ਵਾਂ ਬਚਨ। ਸੁਸ਼ੀਲ ਸੁਭਾਅ ਬਦਸੂਰਤੀ ਦਾ ਸ਼ਿੰਗਾਰ ਹੈ, ਇਸ ਕਰਕੇ ਦਿਲ ਦੀ ਸਫਾਈ ਹੀ ਤੰਦਰੁਸਤੀ ਹੈ। 119ਵਾਂ ਬਚਨ। ਆਪਣੀਆਂ ਵਾਸ਼ਨਾਵਾਂ ਤੇ ਕਾਬੂ ਪਾਉਣਾ ਸੁਖ ਦੀ ਨੀਂਦ ਸੌਣਾ ਹੈ। 120ਵਾਂ ਬਚਨ। ਆਪਣੀ ਸ਼ਕਤੀ ਨੂੰ ਚੰਗੇ ਥਾਂ ਵਰਤੋ। 121ਵਾਂ ਬਚਨ। ਲਾਲ ਗੋਦੜੀ ਵਿੱਚ ਵੀ ਪਛਾਣੇ ਜਾਂਦੇ ਹਨ। 122ਵਾਂ। ਸਤ ਸੰਗਤ ਤੋਂ ਵੱਧ ਕੇ ਹੋਰ ਕੋਈ ਸੰਗ ਚੰਗਾ ਨਹੀਂ। 123ਵਾਂ ਬਚਨ। ਧਨ, ਵਿਦਿਆ, ਸਿਮਰਨ ਅਤੇ ਹਥਿਆਰ ਔਖੇ ਵੇਲੇ ਕੰਮ ਆਉਂਦੇ ਹਨ, ਪ੍ਰਾਪਤ ਕਰੋ। 124ਵਾਂ ਬਚਨ। ਜੂਆ ਖੇਡਣਾ ਪਾਪ ਹੈ, ਸਾਹੋਂ ਖਾਣ ਦੀ ਆਦਤ ਨਾ ਪਾਓ। 125ਵਾਂ ਬਚਨ। ਹੰਕਾਰ ਕਰਨਾ ਮਹਾਪਾਪ ਹੈ। 126ਵਾਂ। ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਬਚੋ। 127ਵਾਂ। ਬੁੱਧਹੀਣ ਮਨੁੱਖ ਪਸ਼ੂ ਤੋਂ ਵੀ ਭੈੜਾ ਹੈ। 128ਵਾਂ। ਜੋ ਤੁਹਾਨੂੰ ਪਸੰਦ ਨਹੀਂ, ਹੋਰਨਾਂ ਲਈ ਪਸੰਦ ਨਾ ਕਰੋ। 129ਵਾਂ। ਔਖੇ ਵੇਲੇ ਦੂਜੇ ਦੀ ਸਲਾਹ ਲੈਣੀ ਸਿਆਣਪ ਦਾ ਕੰਮ ਹੈ। 130ਵਾਂ ਬਚਨ। ਮਾਤਾ ਪਿਤਾ ਦੀ ਸੇਵਾ ਨੇਕ ਗੁਰਸਿੱਖ ਹੀ ਕਰਦੇ ਹਨ। ਯਥਾ ਹੋਵੈ ਸਰਵਣ ਵਿਰਲਾ ਕੋਈ। 131ਵਾਂ ਬਚਨ। ਵੇਲੇ ਦਾ ਕੰਮ, ਕੁਵੇਲੇ ਦੀਆਂ ਟੱਕਰਾਂ। 132ਵਾਂ। ਧਰਮ ਦੇ ਮਾਰਗ ਤੇ ਚੱਲਣ ਵਾਲੇ ਚਰਨਾਂ ਨੂੰ ਪੂਜਣਾ ਚਾਹੀਦਾ ਹੈ। 133ਵਾਂ। ਤੰਦਰੁਸਤੀ ਇੱਕ ਵੱਡੀ ਨਿਆਮਤ ਹੈ ਜੋ ਗੁਰੂ ਸੇਵਾ ਸਿਮਰਨ ਕਰਕੇ ਮਿਲਦੀ ਹੈ। 134ਵਾਂ। ਦੁਨੀਆ ਵਿੱਚ ਗਰੀਬ ਬਣ ਕੇ ਰਹੋ। ਯਥਾ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। 135ਵਾਂ ਬਚਨ। ਰੱਬ ਤੋਂ ਡਰੋ, ਭੈੜੇ ਕਰਮ ਨਾ ਕਰੋ, ਰੱਬ ਕੋਲੋਂ ਹਮੇਸ਼ਾ ਸੱਚੇ ਰਹੋ। 136ਵਾਂ ਬਚਨ। ਜਿੱਥੇ ਪੈਸੇ ਨਾਲ ਕੰਮ ਨਿਕਲੇ ਉੱਥੇ ਜਾਨ ਖਤਰੇ ਵਿੱਚ ਨਾ ਪਾਓ। 137ਵਾਂ। ਦੋਸਤ ਉਹ ਚੰਗਾ ਜਿਸ ਨਾਲ ਇੱਜ਼ਤ ਬਣੇ। 138ਵਾਂ। ਮਿੱਤਰਾਂ ਨੂੰ ਧਰਮ ਦੀ ਸਿੱਖਿਆ ਦਿੰਦੇ ਰਹੋ। 139ਵਾਂ ਬਚਨ। ਹਕੀਮ ਦੀ ਪਰਖ ਗੁੱਸੇ ਵਿੱਚ ਤੇ ਬਹਾਦਰੀ ਦੀ ਜੰਗ ਵਿੱਚ ਪਰਖੀ ਜਾਂਦੀ ਹੈ। 140ਵਾਂ ਬਚਨ। ਦਾਨ ਇਸ ਤਰ੍ਹਾਂ ਕਰੋ ਕਿ ਸੱਜੇ ਹੱਥ ਦੀ ਖਬਰ ਖੱਬੇ ਨੂੰ ਨਾ ਹੋਵੇ। 141ਵਾਂ। ਹੋਣੀ ਤੇ ਸਬਰ ਕਰੋ, ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੋ। 142ਵਾਂ ਬਚਨ।
ਰੋਮ ਰੋਮ ਕਰਕੇ ਨਾਮ ਜਪਣ ਵਾਲਾ ਗੁਰਮੁਖ ਹੈ। ਯਥਾ ਗੁਰਮੁਖ ਰੋਮ ਰੋਮ ਹਰ ਧਿਆਵੈ। 143ਵਾਂ ਬਚਨ। ਸਿਆਣੇ ਨੂੰ ਸੈਨਤ ਤੇ ਬੇਵਕੂਫ ਨੂੰ ਘਸੁੰਨ ਦੀ ਲੋੜ ਹੁੰਦੀ ਹੈ। 144ਵਾਂ ਹੋ ਚੁੱਕੀ ਗੱਲ ਤੇ ਸੋਗ ਨਾ ਕਰੋ। 145ਵਾਂ ਬਹਾਦਰ ਉਹ ਹੈ ਜਿਹੜਾ ਔਖੇ ਵੇਲੇ ਧੀਰਜ ਸਬਰ ਤੇ ਸੰਤੋਖ ਤੋਂ ਕੰਮ ਲਵੇ। 146ਵਾਂ ਆਦਮੀ ਉਹ ਚੰਗਾ ਹੈ ਜਿਸ ਪਾਸੋਂ ਲੋਕਾਂ ਨੂੰ ਫਾਇਦਾ ਮਿਲੇ। 147ਵਾਂ ਰਾਤ ਨੂੰ ਜਲਦੀ ਸੌਣਾ ਅਤੇ ਅੰਮ੍ਰਿਤ ਵੇਲੇ ਸਵਖਤੇ ਉੱਠਣਾ ਸਿਹਤ ਲਈ ਚੰਗਾ ਹੈ। 148ਵਾਂ ਬਚਨ। ਆਦਤ ਬੜੀ ਮੁਸ਼ਕਲ ਨਾਲ ਬਦਲਦੀ ਹੈ। 149ਵਾਂ ਬਚਨ। ਕਾਹਲੀ ਕਰਨਾ ਨਿਰਾਸ਼ਤਾ ਦੇ ਮੂੰਹ ਦੀ ਖਾਈ ਹੈ। 150ਵਾਂ ਬਚਨ। ਬਦੀ ਦਾ ਨਤੀਜਾ ਬਦੀ ਹੁੰਦੀ ਹੈ। 151ਵਾਂ ਬਚਨ। ਇਮਾਨਦਾਰੀ ਬੜੀ ਹਿਕਮਤ ਦਾਨਾਈ ਹੈ, ਫੁੱਟ ਬਰਬਾਦੀ ਦੀ ਜੜ ਹੈ। 152ਵਾਂ ਬਚਨ। ਨਾਲਾਇਕ ਆਦਮੀ ਦਾ ਕੋਈ ਮਿੱਤਰ ਨਹੀਂ ਹੁੰਦਾ। 153ਵਾਂ ਬਚਨ। ਨਰਮੀ ਇੱਕ ਅਚਰਜ ਚੀਜ਼ ਹੈ। 154ਵਾਂ ਬਚਨ। ਜੋ ਮੁਸੀਬਤ ਝੱਲਦੇ ਹਨ ਉਹ ਆਰਾਮ ਪਾਉਂਦੇ ਹਨ। 155ਵਾਂ ਪੂਰੀ ਮੁਆਫੀ ਕਸੂਰ ਨੂੰ ਭੁਲਾ ਦਿੰਦੀ ਹੈ। ਇਸ ਕਰਕੇ ਜੇ ਭੁੱਲ ਹੋ ਜਾਵੇ ਤਾਂ ਦਿਲੋਂ ਮੁਆਫੀ ਮੰਗੋ। 156ਵਾਂ ਬਚਨ। ਪ੍ਰਭੂ ਨਾਲ ਪ੍ਰੀਤੀ ਕਰਕੇ ਝੂਠੇ ਜੱਗ ਦੀ ਪ੍ਰੀਤੀ ਛੱਡੋ। 157ਵਾਂ ਜੈਸਾ ਕਰੋਗੇ ਵੈਸਾ ਭਰੋਗੇ, ਇੱਜ਼ਤ ਕਰੋਗੇ ਇੱਜ਼ਤ ਕਰਵਾਓਗੇ। 158ਵਾਂ ਬਚਨ। ਜਿੱਥੇ ਜ਼ੋਰ ਕੰਮ ਨਹੀਂ ਕਰਦਾ ਉੱਥੇ ਅਕਲ ਕੰਮ ਕਰਦੀ ਹੈ। 159ਵਾਂ ਬਚਨ। ਦੂਜੇ ਦੀ ਇਸਤਰੀ ਨੂੰ ਆਪਣੀ ਭੈਣ ਸਮਾਨ ਸਮਝਣ ਵਾਲਾ ਪੁਰਸ਼ ਗੁਰਸਿੱਖ ਹੈ। 160ਵਾਂ ਬਚਨ। ਬੇਵਕੂਫ, ਬੇਯਕੀਨ, ਨਿੰਦਕ ਤੇ ਵੈਰ ਕਰਨ ਵਾਲਾ ਪੁਰਸ਼ ਤਬਾਹ ਹੋ ਜਾਂਦਾ ਹੈ। 161ਵਾਂ ਬਚਨ। ਵਕਤ ਲੰਘ ਰਿਹਾ ਹੈ, ਪੁਰਸ਼ ਦੀ ਜ਼ਿੰਦਗੀ ਘਟ ਰਹੀ ਹੈ। 162ਵਾਂ ਬਚਨ। ਗਿਆ ਹੋਇਆ ਵਕਤ ਮੁੜ ਕੇ ਹੱਥ ਨਹੀਂ ਆਉਂਦਾ, ਸੋਚ ਕੇ ਕੰਮ ਕਰੋ। 163ਵਾਂ ਬਦੀ ਤੋਂ ਦੂਰ ਰਹਿ ਕੇ ਨੇਕੀ ਕਰੋ। 164ਵਾਂ ਧਰਮ ਤੋਂ ਗਿਰ ਜਾਣ ਨਾਲੋਂ ਮਰ ਜਾਣਾ ਚੰਗਾ ਹੈ। 165ਵਾਂ ਸੂਰਮਾ ਉਹ ਹੈ ਜੋ ਧਰਮ ਦੀ ਖਾਤਰ ਜਾਨ ਤੱਕ ਵਾਰ ਦੇਵੇ। 166ਵਾਂ ਕਿਸੇ ਨੂੰ ਨਾਜਾਇਜ਼ ਦੁੱਖ ਦੇਣਾ ਮਹਾ ਚੰਡਾਲ ਕਰਮ ਹੈ। 167ਵਾਂ ਵਕਤ ਕਿਸੇ ਦੀ ਪਰਵਾਹ ਨਹੀਂ ਕਰਦਾ, ਇਸ ਨੂੰ ਅਜਾਈਂ ਨਾ ਗਵਾਓ। 168ਵਾਂ ਜਦੋਂ ਕੰਮ ਸਭ ਹੀਲਿਆਂ ਤੋਂ ਲੰਘ ਜਾਵੇ ਤਾਂ ਤਲਵਾਰ ਚੁੱਕਣਾ ਆਦਮੀ ਦਾ ਧਰਮ ਹੈ। 169ਵਾਂ ਜੇਕਰ ਜ਼ਾਲਮ ਜ਼ਖਮ ਸਿਉਣ ਵਿੱਚ ਬੇਦਰਦ ਹੈ ਤਾਂ ਵਾਹਿਗੁਰੂ ਜ਼ਖਮ ਭਰਨ ਦੀ ਸਮਰੱਥਾ ਰੱਖਦਾ ਹੈ। 170ਵਾਂ ਧਨਵਾਨ ਹੋ ਕੇ ਅਭਿਮਾਨੀ ਨਾ ਬਣੋ। 171ਵਾਂ ਬਚਨ। ਅਗਿਆਨ ਦੁੱਖਾਂ ਦਾ ਘਰ ਹੈ, ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਦ੍ਰਿੜ ਕਰਕੇ ਪਕੜੋ। 172ਵਾਂ ਬਚਨ। ਧਰਮਹੀਣ ਪਸ਼ੂਆਂ ਤੋਂ ਵੀ ਭੈੜਾ ਹੈ। 173ਵਾਂ ਬਚਨ। ਨਿਰਧਨ ਕੰਗਾਲ ਨਹੀਂ, ਬ੍ਰਹਮ ਵਿਦਿਆਹੀਨ ਕੰਗਾਲ ਹੈ। 174ਵਾਂ ਬਚਨ। ਮਤਲਬ ਦਾ ਅੰਨਾ ਭਾਵ ਖੁਦ ਗਰਜ ਸਭ ਅੰਨਿਆਂ ਨਾਲੋਂ ਵੱਡਾ ਅੰਨਾ ਹੈ। 175ਵਾਂ
ਆਪਣੇ ਪਿਆਰੇ ਵਾਹਿਗੁਰੂ ਦੀ ਹਰ ਚੀਜ਼ ਨਾਲ ਪਿਆਰ ਕਰੋ। 176ਵਾਂ ਬਚਨ। ਆਪਣੇ ਬੱਚੇ ਨੂੰ ਬ੍ਰਹਮ ਵਿਦਿਆ ਪੜ੍ਹਾਓ। 177ਵਾਂ ਬਚਨ। ਆਪਣੀ ਭੁੱਲ ਮੰਨ ਲੈਣੀ ਗੁਰਸਿੱਖ ਦਾ ਸ੍ਰੇਸ਼ਟ ਗੁਣ ਹੈ। 178ਵਾਂ ਬਚਨ। ਪ੍ਰੇਮ ਨਾਲ ਹੀ ਸੰਸਾਰ ਵਸਦਾ ਹੈ, ਪ੍ਰੇਮ ਹੀ ਧਰਮ ਹੈ। 179ਵਾਂ ਬਚਨ। ਕੇਵਲ ਆਪਣੇ ਐਬ ਵੇਖੋ, ਦੂਜੇ ਦੇ ਐਬ ਨਾ ਦੇਖੋ। ਧੰਨ ਧੰਨ ਬਾਬਾ ਕਨ੍ਹਈਆ ਸਾਹਿਬ ਜੀ। 180ਵਾਂ ਬਚਨ। ਜਿਸ ਘਰ ਵਿੱਚ ਏਕਤਾ, ਗੁਰਸਿੱਖੀ, ਗੁਰੂ ਭਗਤੀ ਹੈ, ਉਹ ਸੁਰਗ ਦੀ ਨਿਆਈ ਹੈ। 181ਵਾਂ। ਸਿਆਣਿਆਂ ਦਾ ਕਿਹਾ, ਔਲੇ ਦਾ ਖਾਧਾ ਪਿੱਛੋਂ ਸਵਾਦ ਦਿੰਦਾ ਹੈ। 182ਵਾਂ ਬਚਨ। ਲੋਭੀ ਕਿਸੇ ਦੇ ਪ੍ਰੇਮ ਦੇ ਵਸੀਕਾਰ ਨਹੀਂ ਹੁੰਦਾ, ਇਸ ਕਰਕੇ ਉਸ ਦਾ ਵਿਸਾਹ ਨਾ ਕਰੋ। 183ਵਾਂ। ਬ੍ਰਹਮ ਵਿਦਿਆ ਉਹ ਹੈ ਜਿਸ ਨੂੰ ਪ੍ਰਾਪਤ ਕਰਕੇ ਪਰ ਉਪਕਾਰ ਕਰੇ। 184ਵਾਂ ਬਚਨ। ਗੁੱਸਾ ਅੱਗ ਦੇ ਸਮਾਨ ਹੈ ਯਥਾ, ਕਾਮ ਕ੍ਰੋਧ ਕਾਇਆ ਕਉ ਗਾਲੈ, ਜਿਉ ਕੰਚਨ ਸੁਹਾਗਾ ਢਾਲੈ। 185ਵਾਂ ਬਚਨ। ਸੱਚਾ ਆਦਮੀ ਧਰਮਾਤਮਾ ਹੁੰਦਾ ਹੈ। 186ਵਾਂ ਬਚਨ। ਵੱਡਿਆਂ ਦੀ ਇੱਜ਼ਤ ਕਰਨੀ ਚੰਗੀ ਹੁੰਦੀ ਹੈ। 187ਵਾਂ ਬਚਨ। ਹਰ ਕੰਮ ਅਤੇ ਹਰ ਸੁਆਸ ਵਿੱਚ ਵਾਹਿਗੁਰੂ ਤੇ ਦ੍ਰਿੜ ਭਰੋਸਾ ਰੱਖੋ। ਮਿਹਨਤ ਅਤੇ ਧਰਮ ਦੀ ਕਿਰਤ ਕਰੋ। 188ਵਾਂ ਬਚਨ। ਨਸ਼ੇ ਅਤਿਅੰਤ ਭੈੜੇ ਹੁੰਦੇ ਹਨ, ਇਸ ਕਰਕੇ ਇਹਨਾਂ ਤੋਂ ਦੂਰ ਦੂਰ ਹੀ ਰਹੋ। 189ਵਾਂ ਬਚਨ। ਮੌਤ ਨੂੰ ਭੁਲਾਉਣਾ ਵੱਡੀ ਬੇਅਕਲੀ ਹੈ। ਬਚਨ 190। ਜੇ ਤੁਸੀਂ ਸਭ ਨੂੰ ਸੁਖ ਦੇਵੋ ਤਾਂ ਬੜੇ ਨੇਕ ਹੋ। 191ਵਾਂ ਬਚਨ। ਚਿੰਤਾ ਉਮਰ ਘਟਾ ਦਿੰਦੀ ਹੈ, ਇਸ ਦੀ ਨਿਵਰਤੀ ਵਾਸਤੇ ਸਤਿਗੁਰਾਂ ਦੀ ਸੇਵਾ ਅਤੇ ਗੁਰਬਾਣੀ ਦਾ ਅਭਿਆਸ ਕਰੋ। ਯਥਾ ਚਿੰਤਾ ਛੱਡ ਅਚਿੰਤ ਰਹੋ, ਨਾਨਕ ਲਗ ਪਾਈ। 192 ਬਚਨ। ਕੰਜੂਸੀ ਰਿਜ਼ਕ ਨੂੰ ਘਟਾਉਂਦੀ ਹੈ। ਬਚਨ 193ਵਾਂ। ਭਲੇ ਪੁਰਸ਼ ਕਿਸੇ ਦਾ ਹੱਕ ਨਹੀਂ ਰੱਖਦੇ, ਦਾਨ ਦੇਣਾ ਦੁੱਖ ਨੂੰ ਘਟਾਉਂਦਾ ਹੈ। 194ਵਾਂ ਬਚਨ। ਭਜਨ ਕਰਦੇ ਸਮੇਂ ਨਜ਼ਰ ਸਤਿਗੁਰਾਂ ਦੇ ਸੱਚੇ ਸੁੱਚੇ ਗੁਰ ਸ਼ਬਦ ਰੂਪ ਚਰਣਾ ਕਮਲਾਂ ਵਿੱਚ ਰੱਖਣੀ ਚਾਹੀਦੀ ਹੈ। ਬਚਨ ਨੰਬਰ 195। ਧੰਨਵਾਨ ਉਹ ਹੈ ਜੋ ਵਾਹਿਗੁਰੂ ਦੇ ਭਾਣੇ ਵਿੱਚ ਸੰਤੁਸ਼ਟ ਰਹੇ। ਬਚਨ 196। ਆਪਣਾ ਬਸਤਰ, ਸਰੀਰ, ਮਨ ਤੇ ਵਾਤਾਵਰਣ ਸਾਫ ਸੁਥਰਾ ਰੱਖੇ। ਬਚਨ ਨੰਬਰ 197। ਧਨ ਉਹ ਜਿਹੜਾ ਕੋਲ ਹੋਵੇ, ਨਾਉ ਨਕਦ ਨਾ ਤੇਰਾ ਉਧਾਰ। 198 ਬਚਨ। ਲੋਕਾਂ ਨੂੰ ਖੁਸ਼ ਰੱਖਣ ਨਾਲ ਵਿਦਿਆ ਨਾਸ ਹੋ ਜਾਂਦੀ ਹੈ। ਬਚਨ ਨੰਬਰ 199। ਭੈੜੇ ਖਿਆਲ ਨਾਲੋਂ ਵੱਧ ਪੁਰਸ਼ ਦਾ ਹੋਰ ਕੋਈ ਦੁਸ਼ਮਣ ਨਹੀਂ। ਬਚਨ ਨੰਬਰ 200। ਹੱਥ ਤੇ ਹੱਥ ਰੱਖ ਕੇ ਬੈਠਣ ਵਾਲਿਆਂ ਦੀ ਆਦਤ ਬੁਰੀ ਹੈ। ਬਚਨ ਨੰਬਰ 201। ਛੋਟੇ ਬੱਚੇ ਰੱਬ ਦਾ ਰੂਪ ਹੁੰਦੇ ਹਨ, ਬੱਚਿਆਂ ਨੂੰ ਪਿਆਰ ਕਰੋ। ਬਚਨ ਨੰਬਰ 202। ਵਿਦਿਆ ਅਨਮੋਲ ਧਨ ਹੈ ਜੋ ਚੁਰਾਇਆ ਨਹੀਂ ਜਾ ਸਕਦਾ। ਬਚਨ ਨੰਬਰ 203। ਪਰਮਾਰਥ ਅਤੇ ਕਾਰਜ ਦੀ ਸਿੱਧੀ ਵਾਸਤੇ ਅਰਦਾਸ ਕਰਦੇ ਰਹੋ ਜੀ। ਅਰਦਾਸ ਕਰਨ ਨਾਲ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਦੇ ਹਨ ਜੀ। ਮਹਾਤਮਾ ਜੀ ਦੀ ਸੰਗਤ ਕਰੋ ਅਤੇ ਅੰਮ੍ਰਿਤ ਬਚਨਾਂ ਦਾ ਮੰਨਣ ਕਰੋ ਜੀ। ਬਚਨ ਨੰਬਰ 204। ਵੱਡਾ ਗਹਿਣਾ ਵਾਹਿਗੁਰੂ ਦਾ ਨਾਮ ਹੈ,
ਇਸ ਕਰਕੇ ਸੋਨੇ ਆਦ ਗਹਿਣੇ ਪਹਿਨਣ ਤੋਂ ਸਤਿਗੁਰਾਂ ਨੇ ਮਨਾਹੀ ਕੀਤੀ ਹੈ। ਯਥਾ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ। ਬਚਨ 205। ਕਈ ਆਦਮੀ ਜ਼ਮੀਨ ਆਦ ਲਾਲਚ ਵਾਸਤੇ ਕਤਲ ਆਦ ਮਹਾਪਾਪ ਕਰਕੇ ਜਮਾਂ ਦੇ ਵਸ ਪੈਂਦੇ ਹਨ। 206। ਜਵਾਨੀ ਮਸਤਾਨੀ ਹੁੰਦੀ ਹੈ, ਕਾਬੂ ਵਿੱਚ ਰੱਖੋ। 207। ਸਿਆਣੇ ਪੁਰਸ਼ ਬ੍ਰਹਮ ਵਿਦਿਆ ਅਤੇ ਧਨ ਪਾ ਕੇ ਝੁਕ ਜਾਂਦੇ ਹਨ। 208। ਗੁਰਦੁਆਰੇ ਲਿਖ ਕੇ ਲਾਇਆ ਜਾਵੇ ਕਿ ਬੀਬੀਆਂ ਧਾਗੇ ਤਵੀਤਾਂ ਵਿੱਚ ਪੈ ਕੇ ਆਪਣੇ ਪਤੀਆਂ ਨੂੰ ਸੁਆ ਖੇ ਖੁਆ ਕੇ ਮਾਰ ਲੈਂਦੀਆਂ ਹਨ, ਬਾਅਦ ਵਿੱਚ ਰੰਡੀਆਂ ਹੋ ਕੇ ਪਛਤਾਉਂਦੀਆਂ ਹਨ। ਨੰਬਰ 209। ਧਾਗੇ ਤਵੀਤ ਟੂਣੇ ਟਾਮਣ ਵਿੱਚ ਲੱਗ ਕੇ ਸਤਿਗੁਰਾਂ ਤੋਂ ਬੇਮੁਖ ਹੋ ਕੇ ਜਮਾਂ ਦੇ ਵਸ ਨਾ ਪਵੋ। 210। ਪਤੀਵ੍ਰਤਾ ਇਸਤਰੀ ਘਰ ਦਾ ਸ਼ਿੰਗਾਰ ਹੈ। 211। ਦੂਜੇ ਦੇ ਔਗਣ ਵੇਖਣ ਨਾਲੋਂ ਆਪਣੇ ਔਗਣ ਵੇਖੋ। 212। ਸੇਵਾ ਕਰਕੇ ਮੰਗੀਏ ਕੁਝ ਨਾ, ਪਰ ਮਿਲਦਾ ਸਭ ਕੁਝ ਹੈ। 213। ਇਲਮ ਦਾ ਦੁਸ਼ਮਣ ਹੰਕਾਰ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਣੀ ਲੱਗ ਕੇ ਇਸ ਨੂੰ ਤਿਆਗੋ। 214। ਦੁਖੀਆਂ ਦੇ ਜੋ ਦਰਦ ਵੰਡਾਏ, ਸੁੱਖਾਂ ਦੀ ਉਹ ਮੰਜ਼ਿਲ ਪਾਏ। 215। ਗੁਨਾਹ ਕਦੇ ਵੀ ਛੁਪਿਆ ਨਹੀਂ ਰਹਿੰਦਾ, ਮੁੱਖ ਉੱਪਰ ਲਿਖਿਆ ਜਾਂਦਾ ਹੈ। 216। ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। 217। ਜਿੱਥੇ ਏਕਤਾ ਹੈ ਉੱਥੇ ਪ੍ਰੇਮ ਹੈ, ਜਿੱਥੇ ਪ੍ਰੇਮ ਹੈ ਉੱਥੇ ਪਰਮਾਤਮਾ ਹੈ। ਜਹ ਸੰਮਤ ਤਹ ਸੰਪਤ ਨਾਨਾ, ਜਹ ਅਸੰਮਤ ਤਹ ਬਿਪਤ ਨਿਧਾਨਾ। 218। ਹਰ ਇੱਕ ਪ੍ਰੇਮੀ ਦਸਾਂ ਪਾਤਸ਼ਾਹੀਆਂ ਦੇ ਨਾਮ ਚੇਤੇ ਕਰੇ। 219। ਗੁਰੂ ਦਾ ਹੁਕਮ ਮੰਨ ਕੇ ਸਵੇਰੇ ਉੱਠ ਕੇ ਦਾਤਣ ਇਸ਼ਨਾਨ ਕਰੋ। 220। ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਦਸਵੰਧ ਦੇਵੋ। 221। ਗੁਰੂ ਨਾਨਕ ਸਾਹਿਬ ਜੀ ਨੂੰ ਹਰ ਰੋਜ਼ 2.5 ਘੰਟੇ ਸਿਮਰਨ ਅਰਪੋ। 222। ਰੱਬ ਨੇ 2 ਕੰਨ 1 ਜ਼ਬਾਨ ਦਿੱਤੀ ਹੈ, ਇਸ ਕਰਕੇ ਘੱਟ ਬੋਲੋ ਤੇ ਜ਼ਿਆਦਾ ਸੁਣੋ। 223। 3 ਗੱਲਾਂ। 3 ਚੀਜ਼ਾਂ ਪਰਦਾ ਚਾਹੁੰਦੀਆਂ ਹਨ, ਭਜਨ, ਭੋਜਨ ਤੇ ਖਜ਼ਾਨਾ। 3 ਚੀਜ਼ਾਂ ਕਰਮ ਬਣਾਉਂਦੀਆਂ ਹਨ, ਮਿਹਨਤ, ਇਮਾਨਦਾਰੀ ਤੇ ਹੌਸਲਾ। 3 ਚੀਜ਼ਾਂ ਮਨੁੱਖ ਨੂੰ ਇੱਕ ਵਾਰ ਮਿਲਦੀਆਂ ਹਨ, ਮਾਪੇ, ਹੁਸਨ ਤੇ ਜਵਾਨੀ। 3 ਚੀਜ਼ਾਂ ਕਦੇ ਵੀ ਛੋਟੀਆਂ ਨਾ ਸਮਝੋ, ਧਰਮ ਦਾ ਦੁਸ਼ਮਣ, ਕਰਜ਼ਾ ਤੇ ਬਿਮਾਰੀ। 3 ਗੱਲਾਂ ਅਸਲ ਉਦੇਸ਼ ਤੋਂ ਦੂਰ ਲੈ ਜਾਂਦੀਆਂ ਹਨ, ਲਾਲਚ, ਗੁੱਸਾ ਤੇ ਬਦ ਚਲਨੀ। 3 ਗੱਲਾਂ ਹਮੇਸ਼ਾ ਯਾਦ ਰੱਖੋ, ਸੱਚਾਈ ਭਾਵ ਗੁਰਬਾਣੀ, ਫਰਜ਼ ਤੇ ਮੌਤ। 3 ਗੱਲਾਂ ਭਰਾ ਭਰਾ ਦਾ ਦੁਸ਼ਮਣ ਬਣਾਉਂਦੀਆਂ ਹਨ, ਯਾਰ ਭਾਵ ਸੋਨਾ, ਜੋਰੂ ਭਾਵ ਇਸਤਰੀ ਤੇ ਜ਼ਮੀਨ। 3 ਚੀਜ਼ਾਂ ਸਭ ਦੀਆਂ ਵੱਖ ਵੱਖ ਹੁੰਦੀਆਂ ਹਨ, ਕਿਸਮਤ, ਰੂਪ ਤੇ ਸੁਭਾਅ। 3 ਚੀਜ਼ਾਂ ਮਨੁੱਖ ਨੂੰ ਜਲੀਲ ਕਰਦੀਆਂ ਹਨ, ਚੋਰੀ, ਚੁਗਲੀ ਤੇ ਝੂਠ। 3 ਚੀਜ਼ਾਂ ਹਰ ਇੱਕ ਨੂੰ ਪਿਆਰੀਆਂ ਹਨ, ਇਸਤਰੀ, ਦੌਲਤ ਤੇ ਔਲਾਦ। ਵਾਹਿਗੁਰੂ ਨਾਮ ਨੂੰ ਪਿਆਰ ਕਰਨ ਵਾਲਾ ਸਭ ਤੋਂ ਉੱਤਮ ਪੁਰਖ ਹੈ। 3 ਚੀਜ਼ਾਂ ਕਿਸੇ ਦੀ ਉਡੀਕ ਨਹੀਂ ਕਰਦੀਆਂ, ਸਮਾਂ, ਮੌਤ ਤੇ ਗਾਹਕ। 3 ਬੰਦੇ ਵਕਤ ਸਿਰ ਪਛਾਣੇ ਜਾਂਦੇ ਹਨ, ਇਸਤਰੀ, ਭਰਾ ਤੇ ਦੋਸਤ। 3 ਚੀਜ਼ਾਂ ਲੋਕ ਪਰਲੋਕ ਸਵਾਰਦੀਆਂ ਹਨ, ਭਗਤੀ, ਕੁਰਬਾਨੀ ਤੇ ਸੇਵਾ। 3 ਚੀਜ਼ਾਂ ਤੋਂ ਇਨਸਾਨ ਬਚ ਕੇ ਰਹੇ ਤਾਂ ਜ਼ਿੰਦਗੀ ਭਰ ਕਦੀ ਵੀ ਧੋਖਾ ਨਹੀਂ ਖਾਵੇਗਾ। ਪਰ ਇਸਤਰੀ, ਕੁਸੰਗਤ ਤੇ ਨਿੰਦਾ। ਯਥਾ
ਪਰ ਧਨ ਪਰ ਦਾਰਾ ਪਰ ਹਰੀ, ਤਾ ਕੈ ਨਿਕਟ ਬਸੈ ਨਰ ਹਰੀ। ਬਚਨ ਨੰਬਰ 224। ਮਨ ਦਾ ਆਰਾਮ। ਜਿਹੜਾ ਕੋਈ ਮਨ ਦਾ ਆਰਾਮ ਚਾਹੁੰਦਾ ਹੈ, ਉਹ ਦੂਜਿਆਂ ਬਾਬਤ ਆਪਣਾ ਮਨ ਸਾਫ਼ ਰੱਖਣ ਦੀ ਕੋਸ਼ਿਸ਼ ਕਰੇ। ਜਿਨ੍ਹਾਂ ਨਾਲ ਵਾਹ ਪੈਣਾ ਜ਼ਰੂਰੀ ਹੈ, ਉਹਨਾਂ ਨੂੰ ਚੰਗਾ ਸਮਝਣ ਦਾ ਯਤਨ ਕਰੇ। ਜਿਨ੍ਹਾਂ ਨਾਲ ਵਾਹ ਟੁੱਟ ਸਕਦਾ ਹੈ ਅਤੇ ਗੁਜ਼ਾਰਾ ਹੋ ਸਕਦਾ ਹੈ, ਉਹਨਾਂ ਨਾਲੋਂ ਵਾਹ ਤੋੜ ਲਵੇ, ਪਰ ਬਦਲਾ ਲੈਣ ਦੀ ਭੁੱਲ ਨਾ ਕਰੇ। ਇਸ ਤੋਂ ਵੱਡੀ ਮੂਰਖਤਾ ਹੋਰ ਕੋਈ ਨਹੀਂ। ਨਾ ਹੀ ਭੈੜੇ ਮਨ ਦੀ ਹੋਰ ਕੋਈ ਨਿਸ਼ਾਨੀ ਹੈ ਕਿ ਆਪਣਾ ਕੰਮ ਛੱਡ ਕੇ ਦੂਜਿਆਂ ਦੇ ਕੰਮ ਖਰਾਬ ਕਰਨ ਲਈ ਇਸ ਲਈ ਰੁੱਝਿਆ ਜਾਵੇ ਕਿ ਉਹਨਾਂ ਨਾਲ ਬਣ ਨਹੀਂ ਸਕੀ। ਦੁਸ਼ਮਣੀ, ਸਾੜਾ, ਬਦਲੇ ਬੜੇ ਬੇਆਰਾਮ ਕਰਨ ਵਾਲੇ ਝਮੇਲੇ ਹਨ। ਆਪਣੇ ਕੰਮਾਂ ਨਾਲ ਸਰੋਕਾਰ ਰੱਖੋ। ਤੁਸੀਂ ਆਪਣੇ ਦੁਸ਼ਮਣ ਅਤੇ ਨਿੰਦਕ ਨੂੰ ਸਜ਼ਾ ਦੇਣ ਦੀ ਖੇਚਲ ਨਾ ਕਰੋ। ਦੁਸ਼ਮਣੀ ਅਤੇ ਨਿੰਦਾ ਕਰਨ ਦੀ ਮਜਬੂਰੀ ਉਸ ਦੀ ਸਜ਼ਾ ਹੈ। ਦਿਲ ਨੂੰ ਫੋੜਾ ਨਾ ਬਣਾਓ। ਹਰ ਵੇਲੇ ਦੁਖੀ ਹੀ ਨਾ ਰਹੋ। ਆਪਣੀਆਂ ਪੀੜਾਂ ਹਮੇਸ਼ਾ ਯਾਦ ਨਾ ਰੱਖੋ। ਜੋ ਲੱਭੇ ਲੈ ਲਵੋ। ਨਾ ਬਹੁਤੀ ਆਸਾ ਤੇ ਨਾ ਨਿਰਾਸ਼ਾ ਹੋਵੇ। ਰੁਸੇਵੇਂ ਘਟੀਆ ਅਵਸਥਾ ਵਿੱਚ ਹੁੰਦੇ ਹਨ। ਨਰੋਇਆ ਮਨ ਸ਼ਿਕਾਇਤਾਂ ਨੂੰ ਬਹੁਤੀ ਥਾਂ ਨਹੀਂ ਦਿੰਦਾ। ਜਿੰਨਾ ਚਿਰ ਤੁਹਾਡੇ ਮਨ ਵਿੱਚ ਸ਼ਿਕਾਇਤਾਂ ਹਨ, ਆਰਾਮ ਗੈਰ ਹਾਜ਼ਰ ਰਹੇਗਾ। ਜਿਵੇਂ ਵੀ ਹੋ ਸਕੇ ਆਪਣੇ ਕੰਮ ਆਪਣੇ ਯਤਨਾਂ ਨਾਲ ਸਵਾਰ ਲਵੋ। ਮਾੜੀਆਂ ਗੱਲਾਂ ਅਣਸੁਣੀਆਂ ਕਰ ਛੱਡੋ। ਕਿਸੇ ਦੀ ਸ਼ਿਕਾਇਤ ਲਾ ਕੇ ਉਸ ਨੂੰ ਜਥੇ ਸੰਗਤ ਵਿੱਚੋਂ ਕਢਾ ਦੇਣਾ ਮਹਾਪਾਪ ਹੈ, ਪਰ ਕਿਸੇ ਨੂੰ ਪ੍ਰੇਰ ਕੇ ਸੰਗਤ ਵਿੱਚ ਲੈ ਆਉਣਾ ਸਭ ਤੋਂ ਵੱਡਾ ਪੁੰਨ ਹੈ। ਨਿਰਾਦਰ ਭੁਲਾ ਦਿਓ। ਫੱਟਾਂ ਤੇ ਆਪੇ ਮਲਮਲਾ ਲਵੋ। ਧੰਨਵਾਦ ਦੀ ਉਮੀਦ ਲਾਹ ਛੱਡੋ ਤੇ ਆਪਣੇ ਮਨ ਦੇ ਕਿਲੇ ਵਿੱਚ ਵੜ ਕੇ ਹਰ ਹਮਲੇ ਤੋਂ ਬਚੇ ਰਹੋ। ਇਹੀ ਅਸਲ ਸੂਰਮ ਗਤੀ ਹੈ। ਯਥਾ ਮਨ ਜੀਤੈ ਜਗ ਜੀਤ, ਮਨੁਆ ਜੀਤੈ ਹਰ ਮਿਲੈ, ਤਿਹ ਸੂਰਤ ਤਣ ਵੇਸ। ਇਸ ਲਈ ਸਾਧ ਸੰਗਤ ਅਤੀ ਜ਼ਰੂਰੀ ਹੈ। ਯਥਾ ਮਿਲ ਸੰਤ ਸਭਾ ਮਨ ਮਾਂਜੀਐ ਭਾਈ, ਹਰ ਕੈ ਨਾਮ ਨਿਵਾਸ, ਮਿਟੈ ਅੰਧੇਰਾ ਅਗਿਆਨਤਾ ਪਾਈ, ਕਮਲ ਹੋਵੈ ਪਰਗਾਸ। ਜਨਮ ਜਨਮ ਕੇ ਲਾਗੇ ਬਿਖ ਮੋਰਚਾ, ਲਗ ਸੰਗਤ ਸਾਧ ਸਵਾਰੀ, ਜਿਉ ਕੰਚਨ ਬੈਸੰਤਰ ਤਾਇਓ, ਮਲ ਕਾਟੀ ਕਟਤ ਉਤਾਰੀ। ਸਾਧ ਸੰਗਤ ਜੀ, ਆਪ ਸਾਰੇ ਸਰੋਤਿਆਂ ਦਾ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ। ਮਹਾਂਪੁਰਖਾਂ ਦਾ ਪੜ੍ਹਿਆ ਸੁਣਿਆ ਜੀਵਨ ਸਾਡੇ ਸਭਨਾਂ ਦੇ ਹਿਰਦਿਆਂ ਦੇ ਵਿੱਚ ਗਿਆਨ ਦੀਆਂ ਕਿਰਨਾਂ ਪਾ ਕਰਕੇ ਗੁਰਮਤਿ ਦਾ ਪ੍ਰਕਾਸ਼ ਕਰੇ। ਸਾਧ ਸੰਗਤ ਜੀ, ਇਸ ਪਵਿੱਤਰ ਪੋਥੀ ਗਿਆਨ ਕਿਰਨਾਂ ਦੇ ਪੰਨਾ ਨੰਬਰ 424 ਤੋਂ ਅੱਗੇ ਮਹਾਨ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਬੜੀ ਸੁੰਦਰ ਤਸਵੀਰ ਹੈ। ਇਸ ਦੇ ਨਾਲ ਹੀ ਅਗਲੇ ਪੰਨੇ ਤੇ ਤਸਵੀਰ ਹੈ, ਜਿਸ ਵਿੱਚ ਮੂਲ ਮੰਤਰ ਲਿਖਿਆ ਹੋਇਆ ਹੈ। ਹੱਥ ਲਿਖਤ ਮੂਲ ਮੰਤਰ ਸੰਤ ਗੁਰਬਚਨ ਸਿੰਘ ਜੀ ਅਤੇ ਹੱਥ ਲਿਖਤ ਮੂਲ ਮੰਤਰ ਸੰਤ ਬਾਬਾ ਠਾਕੁਰ ਸਿੰਘ ਜੀ। ਸਾਧ ਸੰਗਤ ਜੀ, ਹੁਣ ਸੰਖੇਪ ਜੀਵਨ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ, ਉਹਨਾਂ ਦਾ ਜੀਵਨ ਅਸੀਂ ਪੜ੍ਹਨ ਲੱਗੇ ਹਾਂ, ਜੋ ਸੰਖੇਪ ਵਿੱਚ ਇਸ ਪਵਿੱਤਰ ਪੋਥੀ ਸਾਹਿਬ ਦੇ ਸਮਾਪਤੀ ਤੇ ਲਿਖਿਆ ਹੋਇਆ ਹੈ। ਆਓ ਸਾਰੇ ਸਰੋਤੇ, ਸਾਰੀ ਸੰਗਤ ਪਿਆਰ ਨਾਲ ਮਹਾਂਪੁਰਖਾਂ ਦਾ ਜੀਵਨ ਪੜ੍ਹੀਏ। ਸੰਖੇਪ ਜੀਵਨ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ। ਪਰਮ ਸਤਿਕਾਰਯੋਗ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਦਾ ਪਵਿੱਤਰ ਜਨਮ
ਸੰਨ 1915 ਈਸਵੀ ਵਿੱਚ ਪਿੰਡ ਈਚੋਗਿੱਲ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ ਵਿੱਚ ਹੋਇਆ, ਜੋ ਕਿ ਹੁਣ ਤਹਿਸੀਲ ਪੱਟੀ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ। ਸਤਿਕਾਰਯੋਗ ਪਿਤਾ ਸਰਦਾਰ ਬਹਾਦਰ ਸਿੰਘ ਜੀ ਅਤੇ ਮਾਤਾ ਪ੍ਰੇਮ ਕੌਰ ਜੀ ਸਨ। ਮਾਤਾ ਪਿਤਾ ਜੀ ਅੰਮ੍ਰਿਤਧਾਰੀ ਅਤੇ ਗੁਰਬਾਣੀ ਦੇ ਪੱਕੇ ਨਿਤਨੇਮੀ ਸਨ। ਬਾਬਾ ਜੀ ਦੇ 3 ਭਰਾ ਤੇ 2 ਭੈਣਾਂ ਹਨ। ਵੱਡਾ ਭਰਾ ਭਾਈ ਕਸ਼ਮੀਰ ਸਿੰਘ ਜੀ, ਦੂਜਾ ਭਾਈ ਰਤਨ ਸਿੰਘ ਜੀ, ਤੀਜੇ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ, ਚੌਥੇ ਭਾਈ ਵੀਰ ਸਿੰਘ ਜੀ ਹਨ। 2 ਭੈਣਾਂ ਸਵਰਨ ਕੌਰ ਅਤੇ ਰਾਮ ਕੌਰ ਹਨ। ਬਾਬਾ ਜੀ ਦੇ ਮਾਤਾ ਪਿਤਾ ਸਤ ਸੰਤੋਖ, ਨਿਮਰਤਾ, ਰਹਿਣੀ ਕਰਨੀ ਦੇ ਧਾਰਨੀ ਸਨ। ਪਿਤਾ ਜੀ ਨੇ ਖੇਤੀ ਦੀ ਕਿਰਤ ਕਰਦਿਆਂ ਜ਼ਿੰਦਗੀ ਭਰ ਝੂਠ ਨਹੀਂ ਸੀ ਬੋਲਿਆ। ਗੁਰਦੁਆਰਾ ਸੁਧਾਰ ਲਹਿਰ ਵਿੱਚ ਪੰਥ ਵੱਲੋਂ ਹਰ ਲੱਗੇ ਮੋਰਚਿਆਂ ਵਿੱਚ ਜਾਣਾ, ਜੇਲ੍ਹਾਂ ਕੱਟਣੀਆਂ, ਜੁਰਮਾਨੇ ਭਰਨੇ। ਜਿਉਂ-ਜਿਉਂ ਬਾਬਾ ਜੀ ਦਾ ਸਰੀਰ ਵੱਡਾ ਹੁੰਦਾ ਗਿਆ, ਤਿਉਂ-ਤਿਉਂ ਪਿਤਾ ਪੁਰਖੀ ਖੇਤੀ ਦੀ ਕਿਰਤ ਵਿੱਚ ਬਾਬਾ ਜੀ ਪਿਤਾ ਤੇ ਭਰਾਵਾਂ ਨਾਲ ਖੇਤੀ ਕਰਾਉਣ ਲੱਗ ਪਏ। ਪਿਤਾ ਜੀ ਅੰਮ੍ਰਿਤ ਵੇਲੇ ਕਿਰਤ ਕਰਦਿਆਂ ਬੜੇ ਪ੍ਰੇਮ ਨਾਲ ਨਿਤਨੇਮ ਕਰਿਆ ਕਰਦੇ। ਮਾਤਾ ਪਿਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬਹੁਤ ਨਿਸ਼ਚਾ ਹੁੰਦਾ ਸੀ। ਬਾਲਕ ਰੂਪ ਬਾਬਾ ਜੀ ਨੇ ਪਿਤਾ ਪਾਸੋਂ ਨਿਤਨੇਮ ਸੁਣਦਿਆਂ ਹੀ ਸ੍ਰੀ ਜਪਜੀ ਸਾਹਿਬ ਬਾਣੀ ਕੰਠ ਕਰ ਲਈ ਸੀ। ਬਾਬਾ ਜੀ ਦਾ ਨਾਨਕਾ ਪਿੰਡ ਮਾੜੀ, ਜ਼ਿਲ੍ਹਾ ਸਿਆਲਕੋਟ, ਪਾਕਿਸਤਾਨ ਸੀ। ਆਪ ਜੀ ਦੇ ਮਾਮੇ ਸਰਦਾਰ ਲਾਭ ਸਿੰਘ ਜੀ ਤੇ ਸਰਦਾਰ ਉਜਾਗਰ ਸਿੰਘ ਜੀ ਸਨ। ਨਾਨਕਾ ਪਰਿਵਾਰ ਵੀ ਗੁਰਸਿੱਖੀ ਦੇ ਧਾਰਨੀ ਨਿਸ਼ਚੇ ਵਾਲੇ ਸਨ। ਬਾਬਾ ਜੀ ਵੀ ਪਿਤਾ ਨਾਲ ਖੇਤੀ ਦੀ ਕਿਰਤ ਵਿੱਚ ਲੱਗ ਗਏ। ਪ੍ਰੇਮ ਨਾਲ ਸ੍ਰੀ ਜਪਜੀ ਸਾਹਿਬ ਦੇ ਕਈ ਪਾਠ ਕਰ ਲੈਂਦੇ। ਇੱਕ ਦਿਨ ਪ੍ਰੇਮ ਵਿੱਚ ਆ ਕੇ ਪਿਤਾ ਜੀ ਪਾਸੋਂ ਪੁੱਛਿਆ, ਪਿਤਾ ਜੀ, ਆਪ ਜੀ ਜਦੋਂ ਨਿਤਨੇਮ ਕਰਦੇ ਹੁੰਦੇ ਹੋ, ਬੜੇ ਪ੍ਰੇਮ ਅਤੇ ਵੈਰਾਗ ਵਿੱਚ ਆ ਜਾਂਦੇ ਹੋ। ਉਸ ਵੇਲੇ ਮਨ ਦੀ ਅਵਸਥਾ ਕੀ ਹੁੰਦੀ ਹੈ? ਪਿਤਾ ਜੀ ਨੇ ਉੱਤਰ ਦਿੱਤਾ, ਠਾਕੁਰ ਸਿੰਘ, ਨਿਤਨੇਮ ਕਰਦਿਆਂ ਕਈ ਵਾਰ ਗੁਰਬਾਣੀ ਦੀਆਂ ਝਲਕਾਂ ਪੈਂਦੀਆਂ ਹਨ। ਮਨ ਵਿੱਚ ਪ੍ਰਕਾਸ਼ ਹੋ ਜਾਂਦਾ ਹੈ। ਉਹ ਆਨੰਦ ਕਥਨ ਨਹੀਂ ਕੀਤਾ ਜਾਂਦਾ। ਐਸੀ ਮਨ ਦੀ ਅਵਸਥਾ ਹੋ ਜਾਂਦੀ ਹੈ। ਕਈ ਵਾਰ ਸੁੱਤਿਆਂ, ਕਈ ਵਾਰ ਜਾਗਦਿਆਂ ਪ੍ਰੇਮ ਤੇ ਵੈਰਾਗ ਵਾਲੀ ਅਵਸਥਾ ਬਾਬਾ ਜੀ ਦੀ ਪਿਤਾ ਜੀ ਨਾਲ ਖੇਤੀ ਕਰਦਿਆਂ ਹੀ ਹੋ ਗਈ ਸੀ। ਫਿਰ ਵੀ ਅੰਦਰਲੇ ਖੋਹ ਦਾ ਘਾਟਾ ਪੂਰਾ ਨਹੀਂ ਸੀ ਹੋ ਰਿਹਾ। ਭਾਵੇਂ ਮਾਤਾ ਪਿਤਾ ਨੇ ਆਪਣੇ ਪੁੱਤਰ ਨੂੰ ਉਦਾਸ ਅਤੇ ਉਪਰਾਮ ਰਹਿੰਦਿਆਂ ਵੇਖ ਕੇ ਪੁੱਤਰ ਦੇ ਵਿਆਹ ਬਾਰੇ ਸੋਚਣਾ, ਪਰ ਬਾਬਾ ਜੀ ਨੇ ਹਮੇਸ਼ਾ ਵਿਆਹ ਬਾਰੇ ਜਵਾਬ ਦੇ ਦੇਣਾ। ਇੱਕ ਪਿਤਾ ਜੀ ਦੇ ਪਰਮ ਗੁਰਸਿੱਖ ਮਿਲਾਪੀ, ਜਿਨ੍ਹਾਂ ਨਾਲ ਇਕੱਠਿਆਂ ਗੁਰਦੁਆਰਾ ਸੁਧਾਰ ਲਹਿਰ ਵਿੱਚ ਜੇਲ੍ਹੀ ਜਾਂਦੇ, ਜਥਿਆਂ ਵਿੱਚ ਜਾਂਦੇ, ਪਿੰਡ ਮੇਘਾ ਮਾੜੀ ਦੇ ਗਿਆਨੀ ਭਗਵਾਨ ਸਿੰਘ ਜੀ ਦੇ ਪਿਤਾ ਸਰਦਾਰ ਕੇਹਰ ਸਿੰਘ ਜੀ ਸਨ। ਉਹਨਾਂ ਨੂੰ ਪਿਤਾ ਜੀ ਨੇ ਜਾ ਕੇ ਆਪਣੇ ਵਿਰਾਗੀ ਤਿਆਗੀ ਪੁੱਤਰ ਦੀ ਹਾਲਤ ਬਿਆਨ ਕੀਤੀ। ਦੋਨਾਂ ਜਣਿਆਂ ਰਾਏ ਕੀਤੀ ਤੇ ਕੇਹਰ ਸਿੰਘ ਕਹਿਣ ਲੱਗਾ, ਬਹਾਦਰ ਸਿੰਘਾ, ਮਾਲਵੇ ਵਿੱਚ ਪਿੰਡ ਭਿੰਡਰ ਕਲਾਂ ਦਮਦਮੀ ਟਕਸਾਲ ਦੇ 12ਵੇਂ ਜਥੇਦਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਹਨ। ਮੇਰੇ ਮਿਲਾਪੀ ਹਨ। ਮੈਂ ਆਪ ਜੀ ਦੇ ਪੁੱਤਰ ਨੂੰ ਉਹਨਾਂ ਕੋਲ ਭਿੰਡਰਾਂ ਦਾ ਜੋੜ ਮੇਲਾ ਨੇੜੇ ਆ ਗਿਆ ਹੈ, ਲੈ ਚੱਲਾਂਗਾ। ਉੱਥੇ ਜਥੇ ਵਿੱਚ ਪੜ੍ਹਨਗੇ, ਸੇਵਾ ਕਰਨਗੇ। ਪਿਤਾ ਜੀ ਨੇ ਘਰ ਆ ਕੇ ਪੁੱਤਰ ਭਾਵ ਬਾਬਾ ਜੀ ਨੂੰ ਦੱਸਿਆ। ਮਨ ਚਾਅ ਚੜ੍ਹ ਗਿਆ। ਸਰਦਾਰ ਕੇਹਰ ਸਿੰਘ ਜੀ ਨਾਲ ਬਾਬਾ ਜੀ ਸਤੰਬਰ 1945 ਈਸਵੀ ਵਿੱਚ 25, 26, 27 ਭਾਦਰੋਂ ਨੂੰ ਜੋੜ ਮੇਲੇ ਤੇ ਭਿੰਡਰ ਕਲਾਂ ਪੁੱਜ ਗਏ। ਜਿਉਂ ਹੀ ਸਰਦਾਰ ਕੇਹਰ ਸਿੰਘ ਜੀ ਨਾਲ ਬਾਬਾ ਜੀ ਨੇ ਬ੍ਰਹਮ ਗਿਆਨੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਦੇ ਦਰਸ਼ਨ ਕੀਤੇ,
ਗੁਰ ਫਤਿਹ ਦੀ ਸਾਂਝ ਨਾਲ ਨਮਸਕਾਰ ਕੀਤੀ। ਬਸ ਫਿਰ ਕੀ ਸੀ, ਅੰਦਰਲੀ ਘਾਟ ਪੂਰੀ ਹੋ ਗਈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਮਹਾਂਪੁਰਖਾਂ ਸਰਦਾਰ ਕੇਹਰ ਸਿੰਘ ਜੀ ਨੂੰ ਪੁੱਛਿਆ ਕਿ ਇਹ ਨੌਜਵਾਨ ਗੁਰਸਿੱਖ ਤੇਰੇ ਨਾਲ ਆਇਆ ਹੈ? ਤਾਂ ਸਰਦਾਰ ਕੇਹਰ ਸਿੰਘ ਜੀ ਨੇ ਬਾਬਾ ਠਾਕੁਰ ਸਿੰਘ ਜੀ ਦਾ ਪਿਛੋਕੜ ਖੋਲ ਕੇ ਦੱਸਦਿਆਂ ਬੇਨਤੀ ਕੀਤੀ ਕਿ ਮਹਾਂਪੁਰਖੋ, ਇਸ ਨਿਤਨੇਮੀ ਵੈਰਾਗੀ ਗੁਰਸਿੱਖ ਨੂੰ ਜਥੇ ਵਿੱਚ ਭਰਤੀ ਕਰ ਲਓ। ਵਿਦਿਆ ਪੜ੍ਹੇਗਾ, ਸੇਵਾ ਕਰੇਗਾ। ਮਹਾਂਪੁਰਖਾਂ ਜਦੋਂ ਸੰਤ ਬਾਬਾ ਠਾਕੁਰ ਸਿੰਘ ਵੱਲ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਤਾਂ ਬਾਬਾ ਜੀ ਦੇ ਹੱਥ ਜੁੜੇ ਸਨ। ਮਹਾਂਪੁਰਖਾਂ ਪੁੱਛਿਆ, ਗੁਰਸਿੱਖ ਜੀ ਕਿਤਨੀ ਕੁ ਪੜ੍ਹਾਈ ਕੀਤੀ ਹੈ? ਬਾਬਾ ਜੀ ਬਹੁਤ ਨਿਮਰਤਾ ਨਾਲ ਬੋਲੇ, ਮਹਾਰਾਜ ਜੀ, ਪਿਤਾ ਜੀ ਪਾਸੋਂ ਗੁਰਮੁਖੀ ਅੱਖਰ ਪੜ੍ਹੇ ਹਨ, ਸਿਰਫ ਨਿਤਨੇਮ ਹੀ ਕਰ ਸਕਦਾ ਹਾਂ। ਅੱਗੇ ਆਪ ਜੀ ਕਿਰਪਾ ਕਰੋ ਜੀ। ਪੂਰਬਲੇ ਸੰਜੋਗਾਂ ਦੇ ਮਿਲਾਪੀ ਦੀ ਪਹਿਲੀ ਆਵਾਜ਼ ਸੁਣ ਕੇ ਖੁਸ਼ ਹੋ ਕੇ ਭਿੰਡਰ ਕਲਾਂ ਗੁਰੂ ਦਰਬਾਰ ਦੇ ਜਥੇਦਾਰ ਭਾਈ ਕਪੂਰ ਸਿੰਘ ਸੁਧਾਰ ਵਾਲੇ ਨੂੰ ਬੁਲਾਇਆ। ਜਥੇਦਾਰ ਜੀ ਨੇ ਆ ਕੇ ਬੇਨਤੀ ਕੀਤੀ, ਮਹਾਂਪੁਰਖੋ ਕੀ ਹੁਕਮ ਹੈ? ਸੰਤ ਜੀ ਕਹਿਣ ਲੱਗੇ, ਭਾਈ ਕਪੂਰ ਸਿੰਘ ਜੀ, ਆਹ ਸਿੰਘ ਬੜੀ ਦੂਰ ਤੋਂ ਚਿਰ ਬਾਅਦ ਜਥੇ ਵਿੱਚ ਪੜਨ ਆਇਆ ਹੈ। ਇਹਦੀ ਸੰਥਿਆ ਆਪ ਕਰਾਈ। ਪਾਠ ਦੀ ਸੰਥਿਆ ਹੋਣ ਬਾਅਦ ਜਥੇ ਵਿੱਚ ਲੈ ਜਾਵਾਂਗੇ। ਸਤਿਪੁਰਖਾਂ ਦੀ ਆਗਿਆ ਅਨੁਸਾਰ 2 ਸਾਲ ਭਿੰਡਰੀ ਪਾਠ ਕੀਤਾ। 2 ਸਾਲ ਸੇਵਾ ਸਿਮਰਨ ਆਗਿਆ ਪਾਲਣ ਦੀ ਪਰਖ ਵਿੱਚ ਪੂਰੇ ਉਤਰੇ। ਸੇਵਕ ਨੂੰ ਵੇਖ ਕੇ ਮਹਾਂਪੁਰਖਾਂ ਦੀ ਆਗਿਆ ਅਨੁਸਾਰ ਜਥੇ ਵਿੱਚ ਭਰਤੀ ਕਰ ਲਿਆ। ਪਾਠ ਦੀ ਹੋਰ ਸੁਧਾਈ, ਲੰਗਰ ਦੀ ਸੇਵਾ, ਦਰਬਾਰ ਸਾਹਿਬ ਦੀ ਸੇਵਾ। ਸੇਵਕ ਨੂੰ ਪੂਰਾ 12 ਵੰਨੀ ਦਾ ਸ਼ੁੱਧ ਸੋਨਾ ਬਣਾਉਣ ਵਾਸਤੇ ਪਰਖ ਸ਼ੁਰੂ ਹੋ ਗਈ। ਮਨ ਉਪਰਾਮ ਉਦਾਸ ਬਹੁਤ ਰਹਿਣ ਲੱਗ ਪਿਆ। ਇੱਕ ਦਿਨ ਐਸਾ ਆਇਆ, ਮਨ ਨੂੰ ਸਮਝਾਇਆ, ਮਨਾ, ਕਈ ਸਿੰਘ ਸੇਵਾ ਤੋਂ ਵੀ ਈਰਖਾ ਕਰਦੇ ਹਨ। ਕੀ ਲੈਣਾ ਹੈ? ਪਿੰਡ ਮਾਤਾ ਪਿਤਾ ਦੀ ਸੇਵਾ ਕਰਾਂਗਾ, ਨਿਤਨੇਮ ਕਰੀ ਚੱਲਾਂਗਾ। ਜਥਾ ਪਿੰਡ ਤੁਗਲ ਵਿਖੇ ਸੀ। ਗਰਮੀ ਦੀ ਰੁੱਤ ਸੀ। ਦੁਪਹਿਰੇ ਲੰਗਰ ਦੀ ਸੇਵਾ ਤੋਂ ਵਿਹਲਾ ਹੋ ਕੇ ਮਨ ਵਿੱਚ ਬਹੁਤ ਉਪਰਾਮਤਾ ਸੀ। ਬਾਹਰ ਨਹਿਰ ਕਿਨਾਰੇ ਲੱਗੇ ਕਿੱਕਰ ਦੀ ਛਾਂ ਸੀ। ਲੰਮੇ ਪੈ ਗਏ, ਨੀਂਦ ਆ ਗਈ ਤੇ ਸੁਪਨੇ ਵਿੱਚ ਇੱਕ ਸਿੰਘ ਨੇ ਦਰਸ਼ਨ ਦਿੱਤੇ। ਕਹਿਣ ਲੱਗਾ, ਪ੍ਰੇਮੀਆਂ, ਤੂੰ ਉਦਾਸ ਕਿਉਂ ਹੋ ਗਿਆ? ਤੂੰ ਤੇ ਇਹਨਾਂ ਮਹਾਂਪੁਰਖਾਂ ਦੀ ਸੇਵਾ ਵਿੱਚ ਲੱਗਣਾ ਹੈ। ਜਦੋਂ ਜਾਗ ਆਈ ਤਾਂ ਮਨ ਵਿੱਚ ਅਚਰਜਤਾਈ ਹੋਈ ਕਿ ਇਹ ਕੌਣ ਸਿੰਘ ਹੋਏਗਾ ਜਿਸ ਨੇ ਸੁਪਨੇ ਵਿੱਚ ਦੱਸ ਦਿੱਤਾ ਹੈ। ਮਨ ਨੂੰ ਫਿਰ ਕੁਝ ਧੀਰਜ ਆਈ। ਅਜੇ 3-4 ਦਿਨ ਲੰਘੇ ਹੀ ਸਨ ਕਿ ਸੰਤਾਂ ਦਾ ਗੜਵਈ ਭਾਈ ਕਰਮ ਸਿੰਘ ਕਿਸੇ ਗੱਲੋਂ ਸੰਤਾਂ ਨਾਲ ਨਾਰਾਜ਼ ਹੋ ਕੇ ਜਥਾ ਛੱਡ ਕੇ ਤੁਰ ਗਿਆ। ਸੰਤਾਂ ਨੇ ਸਾਰੇ ਜਥੇ ਦੇ ਸਿੰਘਾਂ ਨੂੰ ਇਕੱਠੇ ਕੀਤਾ ਤੇ ਕਹਿਣ ਲੱਗੇ, ਸਿੰਘੋ, ਕਰਮ ਸਿੰਘ ਗੁੱਸੇ ਹੋ ਕੇ ਤੁਰ ਗਿਆ ਹੈ। ਇੱਕ ਸੇਵਾਦਾਰ ਸਿੰਘ ਦੀ ਲੋੜ ਹੈ। ਜਥੇ ਦੇ ਸਿੰਘ ਸੁਣ ਕੇ ਇੱਕ ਰਤਨ ਸਿੰਘ ਉੱਚੀ ਤਲਵੰਡੀ ਦਾ, ਦੂਜਾ ਸੁਰਜੀਤ ਸਿੰਘ ਸੇਵਾ ਕਰਨ ਨੂੰ ਤਿਆਰ ਹੋ ਗਏ। ਮਹਾਂਪੁਰਖ ਕਹਿਣ ਲੱਗੇ, ਪ੍ਰੇਮੀਓ, ਇਹ ਸੇਵਾ ਔਖੀ ਹੈ। ਤੁਸੀਂ ਸੇਵਾ ਨਿਭਾ ਨਹੀਂ ਸਕਣੀ। ਇਹ ਕਹਿੰਦਿਆਂ ਹੀ ਬਾਬਾ ਜੀ ਵੱਲ ਵੇਖਿਆ ਤੇ ਕਹਿਣ ਲੱਗੇ, ਭਾਈ ਠਾਕੁਰ ਸਿੰਘ ਜੀ, ਤੂੰ ਇਹ ਸੇਵਾ ਕਰ ਸਕਦਾ ਹੈ।
ਬਾਬਾ ਜੀ ਇੱਕਦਮ ਉੱਠ ਕੇ ਖਲੋ ਗਏ ਤੇ ਹੱਥ ਜੋੜ ਕੇ 7 ਬਚਨ ਕਹਿ ਕੇ ਮਹਾਂਪੁਰਖਾਂ ਦੀ ਹਜ਼ੂਰੀ ਸੇਵਾ ਵਿੱਚ ਜੁੜ ਗਏ। ਮਨ ਵਿੱਚ ਚਾਅ ਚੜ੍ਹ ਗਿਆ ਸੇਵਾ ਵਿੱਚ ਲੱਗਣ ਦਾ। ਦੂਜੇ ਪਾਸੇ ਮਹਾਂਪੁਰਖਾਂ ਨੇ ਸੇਵਾ ਕਰਦਿਆਂ ਸੇਵਕ ਦੀ 1 ਸਾਲ ਉਹ ਪਰਖ ਕੀਤੀ ਜੋ ਕਲਮ ਲਿਖ ਨਹੀਂ ਸਕਦੀ। ਕਰੜੇ ਤੋਂ ਕਰੜਾ ਬੋਲ ਬੋਲ ਕੇ ਇਮਤਿਹਾਨ ਲਿਆ। ਇੱਕ ਦਿਨ ਐਸਾ ਆ ਗਿਆ, ਕਹਿਣ ਲੱਗੇ, ਤੂੰ ਜਥੇ ਚੋਂ ਤੁਰਿਆ ਨਹੀਂ, ਜਾ ਚਲੇ ਜਾ, ਦਫਾ ਹੋ ਜਾ, ਸਾਨੂੰ ਤੇਰੀ ਕੋਈ ਲੋੜ ਨਹੀਂ। ਪਰ ਸੇਵਕ ਬਾਬਾ ਜੀ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਬਣ ਚੁੱਕੇ ਸਨ। ਜ਼ਬਾਨ ਚੁੱਪ ਸੀ। ਪਰਖ ਪੂਰੀ ਹੋ ਗਈ। ਮਹਾਂਪੁਰਖਾਂ ਸੇਵਕ ਨੂੰ ਉਸ ਮਾਲਾ ਵਿੱਚ ਪਰੋ ਲਿਆ ਜਿਸ ਮਾਲਾ ਵਿੱਚ ਆਪ ਸਨ। ਰਾਤ ਦਿਨ ਸੇਵਾ ਵਿੱਚ ਬਤੀਤ ਹੋਣ ਲੱਗ ਪਿਆ। ਇੱਕ ਦਿਨ ਇਕੱਠੇ ਬੈਠੇ ਮਹਾਂਪੁਰਖਾਂ ਕੋਲ ਬੇਨਤੀ ਕੀਤੀ ਕਿ ਕਰਮ ਸਿੰਘ ਆ ਗਿਆ ਹੈ। ਦਾਸ ਦੇ ਮਾਤਾ ਪਿਤਾ ਬਹੁਤੇ ਬਿਰਧ ਤੇ ਬਿਮਾਰ ਹਨ। ਮਹੀਨਾ 2 ਮਹੀਨੇ ਸੇਵਾ ਕਰ ਆਵਾਂ, ਜਦੋਂ ਠੀਕ ਹੋ ਗਏ ਆ ਜਾਵਾਂਗਾ। ਅੱਗੋਂ ਸੰਤਾਂ ਨੇ ਉੱਤਰ ਦਿੱਤਾ, ਭਾਈ ਠਾਕੁਰ ਸਿੰਘ, ਤੂੰ ਸੇਵਾ ਕਰੀ ਚੱਲ, ਤੇਰੇ ਮਾਤਾ ਪਿਤਾ ਦੀ ਜ਼ਿੰਮੇਵਾਰੀ ਗੁਰੂ ਦੀ ਹੈ, ਫਿਕਰ ਨਾ ਕਰ। ਕੁਝ ਸਾਲਾਂ ਬਾਅਦ ਘਰੋਂ ਚਿੱਠੀ ਆ ਗਈ ਕਿ ਭਾਈ ਠਾਕੁਰ ਸਿੰਘ ਜੀ ਮਾਤਾ ਪਿਤਾ ਚੜ੍ਹਾਈ ਕਰ ਗਏ ਹਨ। ਸੰਤ ਜੀ ਸੁਣ ਕੇ ਕਹਿਣ ਲੱਗੇ, ਠਾਕੁਰ ਸਿੰਘ, ਜਾਹ ਸ੍ਰੀ ਸਹਿਜ ਪਾਠ ਕਰਕੇ ਭੋਗ ਪਾ ਦੇ। ਪਿਤਾ ਜੀ ਦੀ ਉਮਰ 70 ਸਾਲ ਦੀ ਸੀ। ਜਾਣਾ ਸਾਰਿਆਂ ਨੇ ਹੈ। ਤੇਰੇ ਮਾਤਾ ਪਿਤਾ ਜਨਮ ਸਫਲ ਕਰ ਗਏ ਹਨ। ਬਾਬਾ ਜੀ ਘਰ ਗਏ। ਸ੍ਰੀ ਸਹਿਜ ਪਾਠ ਆਰੰਭ ਹੋ ਗਿਆ। ਪਾਠ ਕਰਦਿਆਂ ਪਰਿਵਾਰ ਤੋਂ ਪਤਾ ਲੱਗਾ ਕਿ ਪਿਤਾ ਜੀ 2 ਦਿਨ ਤੋਂ ਬਹੁਤ ਬਿਮਾਰ ਸਨ। ਇੱਕ ਦਿਨ ਮਾਤਾ ਜੀ ਕੋਲ ਆ ਕੇ ਵੈਰਾਗ ਕਰਦਿਆਂ ਕਹਿਣ ਲੱਗੀ, ਠਾਕੁਰ ਸਿੰਘ ਜੀ ਦੇ ਪਿਤਾ ਜੀ, ਸਿਆਣਿਆਂ ਤੋਂ ਸੁਣਿਆ ਹੈ ਕਿ ਪਤਨੀ ਪਤੀ ਤੋਂ ਪਹਿਲਾਂ ਚੜ੍ਹਾਈ ਕਰੇ ਤਾਂ ਚੰਗਾ ਹੈ। ਮੈਂ ਤੇ ਹਮੇਸ਼ਾ ਇਹੋ ਅਰਦਾਸ ਕਰਦੇ ਹੁੰਦੀ ਸਾਂ, ਪਰ ਹੁਣ ਤੇ ਪ੍ਰਤੀਤ ਇਹੋ ਹੋ ਰਿਹਾ ਹੈ ਕਿ ਤੁਸੀਂ ਪਹਿਲਾਂ ਤਿਆਰੀ ਕਰ ਲਈ ਹੈ, ਨਾਲੇ ਰੋ ਰਹੀ ਹੈ ਅਤੇ ਨਾਲੇ 2-4 ਵਾਰ ਇਹ ਗੱਲ ਕਹੀ ਗਈ। ਤਦੋਂ ਪਿਤਾ ਜੀ ਕੁਝ ਨਾਰਾਜ਼ ਹੋ ਕੇ ਸਿਆਣਿਆਂ ਵਾਂਗ ਕਹਿਣ ਲੱਗੇ, ਪ੍ਰੇਮ ਕੌਰ, ਉਦਾਸ ਨਾ ਹੋ। ਜੇ ਪਹਿਲਾਂ ਹੀ ਜਾਣਾ ਹੈ ਤੇ ਜਾ, ਪਹਿਲਾਂ ਹੀ ਤੁਰ ਜਾ। ਬਸ ਤੀਜੇ ਦਿਨ ਮਾਤਾ ਜੀ ਥੋੜੀ ਢਿੱਲੀ ਹੋਈ ਤੇ ਸਰੀਰ ਚੜ੍ਹਾਈ ਕਰ ਗਿਆ। ਪੂਰੇ 20 ਦਿਨ ਬਾਅਦ ਪਿਤਾ ਜੀ ਵੀ ਚੜ੍ਹਾਈ ਕਰ ਗਏ ਸਨ। ਬਾਬਾ ਜੀ ਨੇ ਮਾਤਾ ਪਿਤਾ ਦੀ ਯਾਦ ਵਿੱਚ ਸ੍ਰੀ ਸਹਿਜ ਪਾਠ ਕਰਕੇ ਭੋਗ ਪਾਇਆ, ਲੰਗਰ ਕੀਤਾ। ਸਾਰੇ ਪਰਿਵਾਰ ਨੂੰ ਗੁਰਫਤਿਹ ਬੁਲਾ ਕੇ ਵਾਪਸ ਜਥੇ ਵਿੱਚ ਮਹਾਂਪੁਰਖਾਂ ਦੀ ਸੇਵਾ ਵਿੱਚ ਹਾਜ਼ਰ ਹੋ ਗਏ। ਜਥੇ ਦੀ ਮਰਜ਼ਾਦਾ ਅਨੁਸਾਰ ਨਿਯਮਾਂ ਵਿੱਚ ਰਹਿ ਕੇ ਗੜਬਈ ਦੀ ਸੇਵਾ ਦੇ ਨਾਲ ਨਾਲ ਪੜ੍ਹਾਈ ਸ਼ੁਰੂ ਕੀਤੀ। ਅਖੰਡ ਪਾਠੀ ਬਣ ਕੇ ਛੋਟੇ ਛੋਟੇ ਅਰਥਾਂ ਵਾਲੇ ਗ੍ਰੰਥ ਪੜ੍ਹੇ। ਸ੍ਰੀ ਗੁਰੂ ਨਾਨਕ ਪ੍ਰਕਾਸ਼, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਪੰਥ ਪ੍ਰਕਾਸ਼, 10ਮ ਗ੍ਰੰਥ, ਭਾਈ ਗੁਰਦਾਸ ਜੀ ਦੇ ਕਬਿੱਤ ਸਵਈਏ, ਵਾਰਾਂ ਆਦ ਗ੍ਰੰਥ ਪੜ੍ਹੇ ਤੇ ਉਹਨਾਂ ਦੀ ਕਥਾ ਸੁਣੀ। ਸੱਚਖੰਡ ਜਾਣ ਤੋਂ ਪਹਿਲਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਇੱਕ ਵਾਰ ਬਾਬਾ ਜੀ ਨੂੰ ਪ੍ਰੇਮ ਦੇ ਲਹਿਜੇ ਵਿੱਚ ਕਿਹਾ, ਠਾਕੁਰ ਸਿਆਂ, ਮੇਰਾ ਚਿੱਤ ਕਰਦਾ ਹੈ ਕਿ ਤੈਨੂੰ ਵੀ ਨਾਲ ਹੀ ਸੱਚਖੰਡ ਲੈ ਚੱਲਾਂ। ਤਾਂ ਬਾਬਾ ਜੀ ਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ, ਜੀ ਦਾਸ ਅਜੇ ਜਥੇ ਸੰਗਤ ਦੀ ਸੇਵਾ ਕਰਕੇ ਰੱਜਿਆ ਨਹੀਂ, ਹੋਰ ਸੇਵਾ ਬਖਸ਼ੋ ਜੀ। ਤਾਂ ਮਹਾਂਪੁਰਖਾਂ ਨੇ ਕਿਹਾ, ਚੰਗਾ, ਫਿਰ ਜਦੋਂ ਤੇਰੀ ਮਰਜ਼ੀ ਹੋਵੇਗੀ ਆ ਜਾਵੀਂ। ਮੁਕਤ ਤਾਂ ਤੂੰ ਪਹਿਲੇ ਜਨਮ ਵਿੱਚ ਹੀ ਹੋ ਜਾਣਾ ਸੀ, ਪਰ ਸੇਵਾ ਦਾ ਫੁਰਨਾ ਰਹਿਣ ਕਰਕੇ ਸੰਸਾਰ ਤੇ ਆਉਣਾ ਪਿਆ ਹੈ। ਤੇਰਾ ਜਨਮ ਦਾਸ ਦੀ ਸੇਵਾ ਵਾਸਤੇ ਹੀ ਹੋਇਆ ਹੈ।
ਹੁਣ ਹੋਰ ਰੱਜ ਕੇ ਸੇਵਾ ਕਰ ਲਈ, ਤੇਰਾ ਕੋਈ ਹੋਰ ਜਨਮ ਨਹੀਂ ਹੋਣਾ, ਤੂੰ ਮੁਕਤ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਤਿੰਨਾਂ ਹੀ ਮਹਾਂਪੁਰਖਾਂ ਕੋਲ ਗੜਬਈ ਵਜੋਂ ਸੇਵਾ ਕਰਦੇ ਰਹੇ। ਹੋਰ ਅਨੇਕਾਂ ਜਥੇ ਦੀਆਂ ਜ਼ਿੰਮੇਵਾਰੀਆਂ ਦੀ ਸੇਵਾ 39 ਸਾਲ ਕੀਤੀ। ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਐਮਰਜੈਂਸੀ ਦੌਰਾਨ ਸਿੱਖੀ ਪ੍ਰਚਾਰ ਕਰਦਿਆਂ ਜਾਣਿਆ ਕਿ ਸਰਕਾਰ ਸਾਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕਰ ਸਕਦੀ ਹੈ, ਤਾਂ ਸੰਗਤਾਂ ਵਿੱਚ ਸੰਤ ਕਰਤਾਰ ਸਿੰਘ ਜੀ ਨੇ ਸਟੇਜ ਤੇ ਬੋਲਦਿਆਂ ਐਲਾਨ ਕਰ ਦਿੱਤਾ ਕਿ ਜੇ ਸਰਕਾਰ ਸਾਨੂੰ ਹੱਥ ਪਾਵੇ, ਗ੍ਰਿਫਤਾਰ ਕਰੇ, ਤਾਂ ਸਾਡੇ ਪਿੱਛੋਂ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਦੇ ਜ਼ਿੰਮੇਵਾਰ ਹਨ। ਜਿਨ੍ਹਾਂ ਨੂੰ ਮਰਜ਼ੀ ਅੱਗੇ ਸੇਵਾ ਸੰਭਾਲ ਦੇਣ। ਇਉਂ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਟਕਸਾਲ ਦੇ ਤਿੰਨਾਂ ਮਹਾਂਪੁਰਖਾਂ ਦੀ ਸੇਵਾ ਸਭ ਸੇਵਾਦਾਰਾਂ ਨਾਲੋਂ ਲੰਬੀ ਅਤੇ ਇੱਕ ਰਸ ਨਿਰਇੱਛਤ ਹੋ ਕੇ ਕੀਤੀ ਹੈ। ਜਿਸ ਤਰ੍ਹਾਂ ਟਕਸਾਲ ਦੇ ਮੁਖੀਆਂ ਵਿੱਚੋਂ ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਲੰਬਾ ਸਮਾਂ 39 ਸਾਲ ਕੁਝ ਮਹੀਨੇ ਵਿੱਦਿਆ ਪੜ੍ਹਾਈ। ਇਸੇ ਤਰ੍ਹਾਂ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਵੀ 39 ਸਾਲ ਕੁਝ ਮਹੀਨੇ ਲੰਬੀ ਸੇਵਾ ਕੀਤੀ ਹੈ। ਉਪਰੰਤ ਸੰਨ 1984 ਈਸਵੀ ਤੋਂ ਬਾਅਦ ਮਹਾਨ ਕਠਨ ਤੇ ਔਂਕੜਾ ਭਰੇ ਸਮੇਂ ਤੋਂ ਅੱਜ ਤੱਕ ਟਕਸਾਲ ਦੇ ਮੁਖੀ ਬਣ ਕੇ ਜਿਸ ਯੋਗਤਾ ਨਾਲ ਸੇਵਾ ਕਰ ਰਹੇ ਹਨ, ਸਾਰੇ ਖਾਲਸਾ ਪੰਥ ਵਿੱਚ ਪ੍ਰਗਟ ਹੈ। ਆਪ ਜੀ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਪੂਰਨਤਾ ਦੀ ਸੇਵਾ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਵੇਗੀ। ਬਾਬਾ ਜੀ ਨੇ ਜਥੇ ਸਮੇਤ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਅਤੇ ਪੰਜਾਬੋਂ ਬਾਹਰ ਸਾਰੇ ਭਾਰਤ ਦੇ ਸ਼ਹਿਰਾਂ ਵਿੱਚ ਭਾਰੀ ਸਿੱਖੀ ਪ੍ਰਚਾਰ ਕੀਤਾ। ਹਰ ਥਾਂ ਜਾ ਕੇ ਅੰਮ੍ਰਿਤ ਸੰਚਾਰ ਕੀਤਾ। ਬਾਬਾ ਜੀ ਬਾਹਰਲੇ ਦੇਸ਼ਾਂ ਦੀਆਂ ਸੰਗਤਾਂ ਦੀ ਤੀਬਰ ਇੱਛਾ ਪੂਰੀ ਕਰਨ ਵਾਸਤੇ ਸਿੱਖੀ ਪ੍ਰਚਾਰ ਹਿੱਤ ਕੁਝ ਜਥੇ ਦੇ ਸਿੰਘਾਂ ਨੂੰ ਨਾਲ ਲੈ ਕੇ ਸੰਨ 1996 ਈਸਵੀ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ ਤਿੰਨਾਂ ਦੇਸ਼ਾਂ ਵਿੱਚ ਗਏ। ਉਹਨਾਂ ਦੇਸ਼ਾਂ ਵਿੱਚ ਸਿੱਖੀ ਪ੍ਰਚਾਰ ਦੀ ਨਵੀਂ ਲਹਿਰ ਪੈਦਾ ਹੋ ਗਈ। ਬਾਬਾ ਜੀ ਨੂੰ ਸੰਗਤਾਂ ਹਰ ਸ਼ਹਿਰ ਵਿੱਚ ਲਿਜਾਣ ਵਾਸਤੇ ਇੰਨੀ ਮੰਗ ਕਰ ਰਹੀਆਂ ਸਨ ਕਿ ਪ੍ਰਬੰਧਕ ਪ੍ਰੇਮੀਆਂ ਨੂੰ ਕਈ ਵਾਰ ਪ੍ਰੋਗਰਾਮ ਦੇ ਕੇ ਕਠਿਨਾਈ ਮਹਿਸੂਸ ਹੁੰਦੀ। ਇੰਗਲੈਂਡ ਵਿੱਚ ਬਾਬਾ ਜੀ ਜਦੋਂ ਜਥੇ ਸਮੇਤ ਗਏ ਤਾਂ ਹੀਥਰੋ ਏਅਰਪੋਰਟ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਪ੍ਰੇਮੀ ਪਹਿਲਾਂ ਹੀ ਪਹੁੰਚੇ ਹੋਏ ਸਨ। ਇੱਕ ਜਲੂਸ ਦੇ ਰੂਪ ਵਿੱਚ ਬਾਬਾ ਜੀ ਨੂੰ ਜਥੇ ਸਮੇਤ ਉਤਾਰੇ ਵਾਲੀ ਥਾਂ ਤੇ ਲੈ ਕੇ ਗਏ। ਅੱਗੇ ਹਜ਼ਾਰਾਂ ਦੀ ਗਿਣਤੀ ਵਿੱਚ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਕੀਤਾ। ਬਾਬਾ ਜੀ 27 ਦਿਨ ਰਹੇ। ਜੋ ਸ਼ਹਿਰਾਂ ਦੇ ਗੁਰੂ ਦਰਬਾਰਾਂ ਵਿੱਚ ਸਤਿਕਾਰ ਹੋਇਆ, ਉਹ ਲਿਖਿਆ ਨਹੀਂ ਜਾ ਸਕਦਾ। ਹਜ਼ਾਰਾਂ ਦੀ ਗਿਣਤੀ ਵਿੱਚ ਹਰ ਥਾਂ ਸੰਗਤਾਂ ਜੁੜਦੀਆਂ। ਜਦੋਂ ਬਾਬਾ ਜੀ ਨੇ ਵਾਪਸ ਜਨਵਰੀ 1997 ਈਸਵੀ ਵਿੱਚ ਤਿਆਰੀ ਕੀਤੀ ਤਾਂ ਹੀਥਰੋ ਏਅਰਪੋਰਟ ਤੇ ਸੰਗਤ ਦਾ ਹੜ੍ਹ ਹੀ ਆ ਗਿਆ। ਦਿਲ ਦੀਆਂ ਗਹਿਰਾਈਆਂ ਤੋਂ ਵੈਰਾਗ ਰਾਹੀਂ ਵਿਦਾ ਕੀਤਾ। ਦੂਜਾ ਦੌਰਾ ਬਾਬਾ ਜੀ ਦਾ ਸਿੰਗਾਪੁਰ, ਮਲੇਸ਼ੀਆ, ਹਾਂਗਕਾਂਗ ਦੇਸ਼ਾਂ ਦਾ ਸੀ, ਜਿੱਥੇ ਬਾਬਾ ਜੀ ਨੇ ਸਿੱਖੀ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਕੀਤਾ। ਤੀਜੇ ਦੌਰੇ ਦੌਰਾਨ ਬਾਬਾ ਜੀ ਆਸਟ੍ਰੇਲੀਆ ਦੇ ਗੁਰੂ ਘਰਾਂ ਵਿੱਚ ਸਿੱਖੀ ਪ੍ਰਚਾਰ ਕਰਕੇ ਵਾਪਸ ਆਏ ਹਨ ਤੇ ਹੁਣ ਤਕਰੀਬਨ ਹਰ ਸਾਲ ਹੀ ਜਿੱਥੇ ਪ੍ਰੋਗਰਾਮਾਂ ਅਨੁਸਾਰ ਭਾਰਤ ਭਰ ਵਿੱਚ ਵਿਚਰਦੇ ਹਨ,
ਉੱਥੇ ਅਮਰੀਕਾ, ਕੈਨੇਡਾ ਤੇ ਇੰਗਲੈਂਡ ਆਦਿਕ ਵਿਦੇਸ਼ਾਂ ਵਿੱਚ ਵੀ ਜਾ ਕੇ ਸਿੱਖੀ ਪ੍ਰਚਾਰ ਦੀ ਅਣਥੱਕ ਸੇਵਾ ਨਿਭਾ ਰਹੇ ਹਨ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਆਪ ਜੀ ਨੂੰ ਵਾਹਿਗੁਰੂ ਸਿਹਤ ਯਾਬੀ ਤੇ ਲੰਬੀ ਉਮਰ ਬਖਸ਼ੇ, ਤਾਂ ਕਿ ਹੋਰ ਵੀ ਗੁਰਸਿੱਖੀ ਪ੍ਰਚਾਰ ਰਾਹੀਂ ਸਿੱਖ ਜਗਤ ਦੀ ਸੇਵਾ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਾਰੇ ਸਰੋਤਿਆਂ ਦਾ ਧੰਨਵਾਦ। ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਬਾਬਤ ਗਿਆਨੀ ਪ੍ਰੀਤਮ ਸਿੰਘ ਜੀ ਲਿਖਾਰੀ ਜੀ ਨੇ ਬੜੇ ਪਿਆਰ ਦੇ ਨਾਲ ਲਿਖਿਆ ਹੈ, ਜੋ ਜੀਵਨ ਆਪ ਜੀ ਨੇ ਹੁਣ ਸਰਵਣ ਕੀਤਾ ਸੀ। ਸਾਧ ਸੰਗਤ ਜੀ, ਇੱਥੇ ਹੀ ਸਾਰੀ ਇਹ ਗਿਆਨ ਕਿਰਣਾ ਪੋਥੀ ਦੀ ਸਮਾਪਤੀ ਹੈ। 10 ਪਾਸੋਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।